श्री वाहे गुरु साहिब जी जे ਸਾਵਣ ਆਇਆ ਝਿਮ ਝਿਮਾ ਗੁਰ ਹਰ ਗੁਰ ਮੁਖ ਨਾਮ ਤਿਹਾਏ ਦੁਖ ਭੁਖ ਕੂੜਾ ਦੁਖ ਭੁਖ ਕਾੜਾ ਸਭ ਚੁਕਾਏ ਸੀ ਮੇਹ ਵਠਾ ਸ਼ਰਨ ਨਿਮਾਣਿਆ ਕੇ ਮਾਣ ਗੁਰੂ ਨਿਤਾਣਿਆ ਕੇ ਤਨ ਗੁਰੂ ਗੁਰੂ ਨੇ ਉਟਿਆ ਕੀ ਆਟ ਗੁਰੂ ਨੇ ਆਸਰਿਆਂ ਕਾ ਆਸਰਾ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਰ ਮਿਲਣੋ ਮਨ ਲੋਚਦਾ ਹਰ ਮਿਲਣੋ ਮਨ ਲੋਚਦਾ ਹਰ ਮਿਲਣੋ ਮਨ ਲੋਚਦਾ ਹਰ ਮਿਲਣੋ ਮਨ ਲੋਚਦਾ ਹਰ ਮਿਲਣੋ ਮਨ ਕਰਮ ਮਿਲਾਵਣ ਹਾਰ ਕਰਮ ਮਿਲਾਵਣ ਹਾਰ ਹਰ ਮਿਲਣੇ ਨੂੰ ਮਨ ਲੋਚਦਾ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਕਰਮ ਮਿਲਾਵਣ ਹਾਰ ਹਰ ਮਿਲਣੇ ਨੂੰ ਮਨ ਲੋਚਦਾ ਹਰ ਮਿਲਣੇ ਨੂੰ ਮਨ ਲੋਚਦਾ ਸਾਵਣ ਆਇਆ ਸਾਵਣ ਆਇਆ ਹੈ ਸਖੀ ਸਾਵਣ ਸਰਸੀ ਕਾਮਣੀ ਸਾਵਣ ਸਾਵਣ ਸਰਸੀ
ਕਾਮਣੀ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਰੰਗ ਸੱਚ ਰੰਗ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਇੱਕੋ ਨਾਮ ਆਧਾਰ ਕਰਮ ਮਿਲਾਵਣ ਹਾਰ ਕਰਮ ਮਿਲਾਵਣ ਹਾਰ ਹਰ ਮਿਲਣੇ ਨੋ ਮਨ ਲੋਚਦਾ ਹਰ ਮਿਲਣੇ ਨੋ ਮਨ ਲੋਚਦਾ ਵਿਖਿਆ ਰੰਗ ਕੁੜਾਵਿਆ ਵਿਖਿਆ ਰੰਗ ਕੁੜਾਵਿਆ ਦਿਸਨ ਸਭੈ ਛਾਰ ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਵਨੀ ਧਨੀ ਨੇ ਬਗ ਮਰੇ ਸਹਰ ਅੰਮ੍ਰਿਤ ਬੂੰਦ ਸੁਹਾਵਣੀ ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ ਮਿਲ ਸਾਧੂ ਪੀਵਨ ਹਾਰ ਸਾਧੂ ਪੀਵਨ ਹਾਰ ਮਿਲ ਸਾਧੂ ਪੀਵਨ ਹਾਰ ਹਰ ਮਿਲਣੇ ਨੋ ਮਨ ਲੋਚਦਾ ਹਰ ਮਿਲਣਾ ਨੂੰ ਮਨ ਲੋਚਦਾ ਹਰ ਮਿਲਣੇ ਨੋ ਮਨ ਲੋਚਦਾ ਹਰ ਮਿਲਣੇ ਨੋ ਮਨ ਲੋਚਦਾ ਹਰ ਮਿਲਣਾ ਨੂੰ ਮਨ ਲੋਚਦਾ ਵਣ ਤਿਣ ਪ੍ਰਭ ਸੰਗ ਮੌਲਿਆ ਵਣ ਤਿਣ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਸਮਰਥ ਪੁਰਖ ਅਪਾਰ ਹਰ ਮਿਲਣੇ ਨੋ ਮਨ ਲੋਚਦਾ ਹਰ ਮਿਲਣੇ ਨੋ ਮਨ ਲੋਚਦਾ ਕਰਮ ਮਿਲਾਵਨ ਹਾਰ ਕਰਮ ਮਿਲਾਵਨ ਹਾਰ ਜਿਨੀ ਸਖੀਏ
ਪਾਇਆ। ਜਿਨਿ ਸਖੀਏ ਪ੍ਰਭ ਪਾਇਆ, ਪਾਇਆ ਪਾਇਆ ਜਿਨਿ ਸਖੀਏ ਸਖੀਏ ਪ੍ਰਭ ਪਾਇਆ, ਜਿਨਿ ਸਖੀਏ ਪ੍ਰਭ ਪਾਇਆ, ਜਿਨਿ ਸਖੀਏ ਪ੍ਰਭ ਪਾਇਆ। ਹਾਂ ਤਿਨ ਕੈ ਸਦ ਬਲਹਾਰ, ਹਾਂ ਤਿਨ ਕੈ ਸਦ ਬਲਹਾਰ। ਹਰ ਮਿਲਣੈ ਨੋ ਮਨ ਲੋਚਦਾ, ਹਰ ਮਿਲਣੈ ਨੂੰ ਮਨ ਲੋਚਦਾ। ਕਰਮ ਮਿਲਾਵਣ ਹਾਰ, ਕਰਮ ਮਿਲਾਵਣ ਹਾਰ, ਹਰ ਮਿਲਣੈ ਨੋ ਮਨ ਲੋਚਦਾ। ਹਰ ਮਿਲਣੈ ਨੂੰ ਮਨ ਲੋਚਦਾ, ਹਰ ਮਿਲਣੈ ਨੂੰ ਮਨ ਲੋਚਦਾ ਲੋਚਦਾ। ਨਾਨਕ ਹਰ ਜੀ ਮੈਂ ਕਰ, ਨਾਨਕ ਹਰ ਜੀ ਮੈਂ ਕਰ, ਨਿਨੇ ਬਾਰੇ ਬਾ ਮਾ ਬਾ ਗਮ ਰੇ ਸਾ ਸਦਨੇ ਜਮ ਮਰੇ ਪਾ ਪਾ ਮਾ ਪਾ ਨਿਨੇ ਦਾ ਨਿਨੇ ਦਾ ਜਾ ਨਿਨੇ ਦਾ ਨਿਦਾ ਵਾ ਨਿਨੇ ਬਾਰੇ ਬਾ ਗ ਗ ਮਰੇ ਰੇ ਸਾ ਸਾ ਸਾ। ਨਾਨਕ ਹਰ ਜੀ ਮੈਂ ਮੈਂ ਕਰ, ਨਾਨਕ ਹਰ ਜੀ ਮੈਂ ਕਰ। ਸ਼ਬਦ ਸਵਾਰਨ ਹਾਰ, ਸ਼ਬਦ ਸਵਾਰਨ ਹਾਰ, ਸਾਵਣ ਤੈਨਾ ਸੁਹਾਗਣੀ, ਸਾਵਣ ਤਿਨਾ ਸੁਹਾਗਣੀ, ਸਾਵਣ ਤਿਨਾ ਸੁਹਾਗਣੀ, ਸਾਵਣ ਤਿਨਾ ਸੁਹਾਗਣੀ, ਸਾਵਣ ਤੈਨਾ ਸੁਹਾਗਣੀ, ਸਾਵਣ ਤਿਨਾ ਸੁਹਾਗਣੀ, ਸਾਵਣ ਤਿਨਾ ਸੁਹਾਗਣੀ। ਜਿਨ ਰਾਮ ਨਾਮ ਔਰ ਹਾਰ, ਜਿਨ ਰਾਮ ਨਾਮ ਔਰ ਹਾਰ, ਹਰ ਮਿਲਣੈ ਨੋ ਮਨ ਲੋਚਦਾ। ਹਰ ਮਿਲਣੈ ਨੂੰ ਮਨ ਲੋਚਦਾ। ਕਰਮ ਮਿਲਾਵਣ ਹਾਰ, ਕਰਮ ਮਿਲਾਵਣ ਹਾਰ, ਮਿਲਣੈ ਨੋ ਮਨ ਲੋਚਦਾ। ਹਰ ਮਿਲਣੈ ਨੂੰ ਮਨ ਲੋਚਦਾ, ਹਰ ਮਿਲਣੈ ਨੋ ਮਨ ਲੋਚਦਾ। ਹਰ ਮਿਲਣੈ ਨੂੰ ਮਨ, ਹਰ ਮਿਲਣੈ ਨੂੰ ਮਨ, ਹਰ ਮਿਲਣੈ ਨੂੰ ਮਨ ਲੋਚਦਾ। ਪਰਮ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਸਾਹਿਬਾਂ ਦੀ ਪਾਵਨ ਪਵਿੱਤਰ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੰਗਰਾਂਦ ਦਾ ਦਿਹਾੜਾ ਹੈ। ਇੱਥੋਂ ਹੀ ਆਪਾਂ ਮਹਾਰਾਜ ਦੇ ਸ਼ਬਦ ਨੂੰ ਆਰੰਭ ਕਰਾਂਗੇ। ਗੁਰੂ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ ਸਰਵਣ ਕਰਨਾ ਬਹੁਤ ਪਿਆਰ ਦੇਣਾ। ਕੁਝ ਸ਼ਬਦ ਨੇ ਇਸ ਗੁਰਬਾਣੀ ਦੇ ਸ਼ਬਦ ਵਿੱਚ ਜਿਨ੍ਹਾਂ ਨੂੰ ਆਪਾਂ ਪੜ੍ਹਤਾ ਗਏ ਤੇ ਸਮਝਣ ਨਾਲ ਵਧੇਰੇ ਜੀਵਨ ਦੇ ਵਿੱਚ
ਮਾਲਕ ਦੀ ਗੱਲ ਸਮਝ ਆਉਂਦੀ ਹੈ। ਧਿਆਨ ਰੱਖਣਾ, ਅਸੀਂ ਬਾਣੀ ਦੀ ਵਿਚਾਰ ਨਾ ਕਰਨ ਕਾਰਨ ਬਹੁਤ ਸਾਰੇ ਐਸੇ ਕਰਮਾਂ ਦੇ ਕਰਮ ਕਾਂਡ ਵਿੱਚ ਪੈ ਗਏ ਜਿਨ੍ਹਾਂ ਤੋਂ ਮਹਾਰਾਜ ਨੇ ਸਾਨੂੰ ਬਹੁਤ ਦੂਰ ਲਿਆਂਦਾ ਸੀ, ਬਹੁਤ ਦੂਰ ਸਾਨੂੰ ਕੱਢਿਆ ਸੀ, ਵਿੱਚੋਂ ਕੱਢਿਆ ਸੀ। ਇਸ ਸ਼ਬਦ ਨੂੰ ਆਪਾਂ ਬੜੇ ਪਿਆਰ ਦੇ ਨਾਲ ਵਿਚਾਰ ਕਰਨ ਦਾ ਪ੍ਰਯਾਸ ਕਰੀਏ। ਗੁਰੂ ਮਹਾਰਾਜ ਕਿਰਪਾ ਕਰਨ, ਆਪਣੀ ਬਾਣੀ ਆਪ ਵਿਚਾਰ ਕਰਾਉਣ, ਆਪ ਹੀ ਸਰਵਣ ਕਰਾਉਣ। ਇਹਨਾਂ ਸ਼ਬਦਾਂ ਦੇ ਵਿੱਚ ਪਹਿਲਾਂ ਤਾਂ ਹਰ ਸ਼ਬਦ ਦੇ ਦਰਸ਼ਨ ਪਾਓ। ਹਰ ਸ਼ਬਦ ਦੇ ਲੋਕਾਂ ਨੇ ਅਰਥ ਕੀਤੇ ਨੇ ਹਰੀ ਪਰਮਾਤਮਾ, ਹਰੀ ਪਰਮੇਸ਼ਰ, ਐਸੇ ਅਰਥ ਕੀਤੇ ਹੋਏ ਨੇ ਜੋ ਟੀਕਿਆਂ ਵਿੱਚ ਵੀ ਕੀਤੇ ਮਿਲਦੇ ਹਨ। ਹਰੀ ਸ਼ਬਦ ਨਹੀਂ ਹੈ ਇੱਥੇ, ਹਰ ਸ਼ਬਦ ਹੈ। ਹਰ ਨੂੰ ਸਿਹਾਰੀ ਲੱਗੀ ਹੋਈ ਹੈ। ਸਾਡੇ ਸਿੱਖੀ ਦੇ ਵਿੱਚ, ਗੁਰੂ ਨਾਨਕ ਦੇ ਘਰ ਦੇ ਵਿੱਚ, ਦਸੇ ਪਾਤਸ਼ਾਹੀਆਂ ਤੱਕ ਸਾਨੂੰ ਜਿਹੜੀ ਜਾਚ ਮਹਾਰਾਜ ਨੇ ਸਿਖਾਈ ਹੈ, ਕਿਸੇ ਵੀ ਸਰੀਰ ਦੀ ਪੂਜਾ ਨਹੀਂ ਕਰਨੀ, ਕਿਸੇ ਵੀ ਦੇਹਧਾਰੀ ਦੀ ਬੰਦਗੀ ਨਹੀਂ ਕਰਨੀ, ਧਿਆਨ ਨਹੀਂ ਧਰਨਾ। ਹਰ ਦੇਹਧਾਰੀ ਦੇ ਵਿੱਚ, ਹਰੇਕ ਸਰੀਰ ਦੇ ਵਿੱਚ ਰੱਬ ਵਸਦਾ ਹੈ, ਯਾਦ ਰੱਖ। ਤੇ ਸਿੱਖ ਨੇ ਉਸ ਰੱਬ ਨਾਲ ਜੁੜਨਾ, ਪ੍ਰੈਕਟੀਕਲੀ ਜੁੜਨਾ, ਪ੍ਰੈਕਟੀਕਲੀ, ਕੋਈ ਦਿਖਾਵਾ ਨਹੀਂ। ਜਿਹੜਾ ਬੋਲ ਰਹੇ ਆ, ਮਨ ਬਚਨ ਕਰਮ ਕਰਕੇ ਕਮਾਉਣਾ ਹੈ। ਜੋ ਬੋਲਿਆ ਜਾ ਰਿਹਾ ਉਹਨੂੰ ਸਮਝਾਇਆ ਜਾਣਾ ਚਾਹੀਦਾ ਹੈ, ਉਹ ਸਮਝ ਆਉਣੀ ਚਾਹੀਦੀ ਹੈ ਗੱਲ। ਜੋ ਅਸੀਂ ਪੜ੍ਹ ਰਹੇ ਹਾਂ ਉਹ ਕੇਵਲ ਪੜ੍ਹਨ ਵਾਸਤੇ ਨਹੀਂ ਪੜ੍ਹ ਰਹੇ, ਅਸੀਂ ਸਮਝਣ ਵਾਸਤੇ ਸੁਣ ਰਹੇ ਹਾਂ ਪੜ੍ਹਦਿਆਂ ਹੋਇਆਂ। ਧਿਆਨ ਰੱਖਣਾ, ਨਹੀਂ ਤਾਂ ਅਕਸਰ ਅਸੀਂ ਕੀ ਕਰਦੇ ਹਾਂ, ਸੁਣਦੇ ਹੁੰਦੇ ਹਾਂ, ਪੜ੍ਹਦੇ ਹੁੰਦੇ ਹਾਂ, ਪਰ ਸਮਝਦੇ ਨਹੀਂ ਹੁੰਦੇ। ਨਾ ਪੜ੍ਹਨ ਵਾਲੇ ਦੇ ਦਿਮਾਗ ਵਿੱਚ ਸਮਝ ਹੁੰਦੀ ਹੈ ਤੇ ਨਾ ਸੁਣਨ ਵਾਲੇ ਦੇ ਦਿਮਾਗ ਵਿੱਚ ਪੜ੍ਹਦਿਆਂ ਹੋਇਆਂ ਸਮਝ ਆਉਂਦੀ ਹੈ। ਧਿਆਨ ਰੱਖਣਾ, ਬਹੁਤ ਵਿਰਲੇ ਨੇ, ਐਸਾ ਨਹੀਂ ਕਿ ਸਭ ਐਸੇ ਹਨ, ਹੈਨ ਵਿਰਲੇ ਨਹੀਂ ਕਨੇ ਫੈਲ ਫਕਰ ਸੰਸਾਰਾ। ਇੱਥੇ ਜਿਹੜੀ ਰਿਵਾਇਤ ਹੈ, ਆਹ ਸ਼ਬਦਾਂ ਦੇ ਪਹਿਲਾਂ ਆਪਾਂ ਦਰਸ਼ਨ ਕਰਾਂਗੇ, ਫਿਰ ਇਹਨਾਂ ਸ਼ਬਦਾਂ ਨੂੰ ਆਪਾਂ ਵਿਚਾਰਾਂਗੇ। ਇਹ ਤਿੰਨੋਂ ਸ਼ਬਦ ਇਸ ਸ਼ਬਦ ਵਿੱਚ ਆਉਣਗੇ। ਇੱਕ ਰਾਮ, ਸਿੱਖ ਜਗਤ ਦੇ ਵਿੱਚ ਅਸੀਂ ਰਮੇ ਹੋਏ ਰੱਬ ਦੀ ਬੰਦਗੀ ਕਰਦੇ ਹਾਂ। ਇਹ ਰਾਮ ਉਹ ਦਸ਼ਰਥ ਪੁੱਤਰ ਰਾਮ ਨਹੀਂ ਹੈ, ਯਾਦ ਰੱਖਣਾ। ਇਹ ਰਾਮ ਉਹ ਰਾਮ ਹੈ ਜੋ ਸਭ ਦੇ ਵਿੱਚ ਰਮਿਆ ਹੋਇਆ। ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਤੇ ਜਦੋਂ ਤੱਕ ਸ੍ਰਿਸ਼ਟੀ ਰਹਿਣੀ ਹੈ, ਹਰੇਕ ਵਿੱਚ ਰਮਿਆ ਹੋਇਆ। ਹਰੇਕ ਨੇ ਉਸ ਰਮੇ ਹੋਏ ਨਾਲ ਰਮਣਾ, ਇਹ ਗੱਲ ਯਾਦ ਰੱਖਣੀ। ਹਰੇਕ ਨੇ ਉਸ ਰਮੇ ਹੋਏ ਰਾਮ ਨਾਲ ਰਮਣਾ ਜੋ ਸਾਰੀ ਸ੍ਰਿਸ਼ਟੀ ਵਿੱਚ ਰਮਿਆ ਹੋਇਆ। ਇਹਨੂੰ ਰਾਮ ਕਹਿੰਦੇ ਅਸੀਂ। ਫਿਰ ਪ੍ਰਭ ਸ਼ਬਦ, ਇਹ ਪ੍ਰਭ ਸ਼ਬਦ ਇਤਨਾ ਅਦਭੁਤ, ਇਤਨਾ ਚਿੰਨ੍ਹ ਕੀਤਾ ਹੋਇਆ ਸ਼ਬਦ ਹੈ ਕਿ ਇਹਨਾਂ ਦੇ ਅਰਥ ਅਸੀਂ ਦੇਖਦੇ ਹਾਂ ਕਿਸੇ ਵੀ ਗ੍ਰੰਥ ਤੇ ਅੱਜ ਤੱਕ ਜੋ ਤੁਸੀਂ ਪੜ੍ਹੇ ਹੋਣੇ ਆ ਜਾਂ ਦਾਸ ਨੇ ਵੀ ਪੜ੍ਹੇ ਹੈ, ਇਹਨਾਂ ਦੇ ਅਰਥ ਨਹੀਂ ਕੀਤੇ। ਧਿਆਨ ਰੱਖਣਾ, ਪ੍ਰਭ ਸ਼ਬਦ ਦੇ ਕਿਸੇ ਵੀ ਟੀਕੇ ਵਿੱਚ, ਚਾਹੇ ਉਹ ਭਾਈ ਸਾਹਿਬ ਸਿੰਘ ਦਾ ਟੀਕਾ ਹੈ, ਚਾਹੇ ਬਾਬਾ ਕਿਰਪਾਲ ਸੁਰਾਂ ਦਾ ਟੀਕਾ ਹੈ, ਬਾਬਾ ਸੁੰਦਰ ਸੁਰਾਂ ਦੇ ਟੀਕੇ ਨੇ, ਜਾਂ ਫਰੀਦਕੋਟ ਵਾਲਾ ਟੀਕਾ ਹੈ, ਜਿਤਨੇ ਵੀ ਟੀਕੇ ਪ੍ਰਭ ਸ਼ਬਦ ਦੇ ਅਰਥ ਇਸ ਭਾਵ ਦੇ ਨਾਲ ਨਹੀਂ ਕੀਤੇ ਮਿਲਦੇ। ਪ੍ਰਭ ਦਾ ਅਰਥ ਹੈ ਪਰਮੇਸ਼ਰ ਜਿਹੜਾ ਭੌਤਿਕ ਤੱਤ ਵਿੱਚ ਵਸਦਾ ਹੈ। ਪ੍ਰਭ ਇਹ ਫਿਕਸਡ ਸ਼ਬਦ ਹੈ, ਯਾਨੀ ਜਿਤਨੇ ਵੀ ਭੌਤਿਕ ਤੱਤ ਦਿਖ ਰਹੇ ਨੇ, ਸਰੀਰ ਦਿਖ ਰਹੇ ਨੇ, ਇਹਨਾਂ ਦੇ ਵਿੱਚ ਜਿਹੜਾ ਰੱਬ ਵਸਦਾ ਹੈ, ਪਰਮ ਸੁਖ ਦੇਣ ਵਾਲਾ, ਐਸ਼ ਦੇਣ ਵਾਲਾ, ਉਹਨੂੰ ਸੁਖ ਕਹਿੰਦੇ ਨੇ। ਪਰਮ ਐਸ਼ਰ ਯਾਨੀ ਪਰਮ ਐਸ਼ ਦੇਣ ਵਾਲਾ, ਸੁਖ ਦੇਣ ਵਾਲਾ ਜੋ ਸਾਗਰ ਇਸ ਸਰੀਰ ਦੇ ਵਿੱਚ ਵਸਦਾ ਹੈ। ਸਰੀਰ ਵਿੱਚ, ਸਾਡੇ ਹੀ ਸਰੀਰ ਵਿੱਚ ਰੱਬ ਵਸਦਾ ਹੈ। ਅਸੀਂ ਸਾਡੇ ਹੀ ਸਰੀਰ ਵਿੱਚ ਰੱਬ ਨੂੰ ਪਾਉਣਾ ਹੈ। ਅਸੀਂ ਸਾਡੇ ਹੀ ਸਰੀਰ ਦੇ ਵਿੱਚ ਰੱਬ ਨੂੰ ਪਾਉਣ ਵਾਸਤੇ ਬਾਣੀ ਪੜ੍ਹਦੇ ਹਾਂ। ਇਹ ਜਿਹੜੇ ਰੱਬ ਜੀ ਸਾਡੇ ਹੀ ਸਰੀਰ ਵਿੱਚ ਵਸਦੇ ਨੇ, ਐਸੇ ਰੱਬ ਜੀ ਹਰੇਕ ਸਰੀਰ ਵਿੱਚ ਵਸਦੇ ਨੇ। ਧਿਆਨ ਰੱਖਣਾ, ਉਹਨੂੰ ਹਰ ਕਹਾਂਗੇ। ਪਹਿਲਾਂ ਪ੍ਰਭ,
ਫਿਰ ਹਰ। ਇਹ ਫਿਕਸ ਸ਼ਬਦ ਜਿਹਦੇ ਉੱਤੇ ਸਾਰੀ ਗੁਰਬਾਣੀ ਟਿਕੀ ਹੋਈ ਹੈ ਜੀ, ਧਿਆਨ ਰੱਖਣਾ। ਜੀਵਨ ਵਿੱਚ ਜਿਹੜੇ ਰੱਬ ਜੀ ਆਪਣੇ ਵਿੱਚ ਐਸ ਸਰੀਰ ਵਿੱਚ ਵਸਦੇ ਨੇ, ਐਸ ਵੇਲੇ ਜਿਨ੍ਹਾਂ ਨੂੰ ਮਿਲਣ ਵਾਸਤੇ ਆਪਾਂ ਬਾਣੀ ਸੁਣ ਰਹੇ ਹਾਂ, ਆ ਜਿਹੜਾ ਕੀਰਤਨ ਸੁਣ ਰਹੇ ਹਾਂ, ਇਹ ਉਸ ਰੱਬ ਦੀ ਬਾਣੀ ਨੂੰ ਸੁਣ ਰਹੇ ਹਾਂ ਜਿਹੜੇ ਰੱਬ ਆਪਣੇ ਹੀ ਸਰੀਰ ਵਿੱਚ ਵਸਦੇ ਨੇ। ਤੇ ਆਪਾਂ ਉਸ ਰੱਬ ਦੇ ਪ੍ਰਤੀ ਇਸ ਬਾਣੀ ਤੋਂ ਗਿਆਨ ਲੈਣ ਵਾਸਤੇ ਗੁਰਦੁਆਰੇ ਵਿੱਚ ਆਏ ਹਾਂ। ਤੇ ਗੁਰਦੁਆਰੇ ਬਣੇ ਹੀ ਇਸ ਵਾਸਤੇ ਨੇ ਕਿ ਜਿਤਨੇ ਸਰੀਰ ਜਦੋਂ ਵੀ ਪੈਦਾ ਹੋਣ, ਜਦੋਂ ਤੱਕ ਸ੍ਰਿਸ਼ਟੀ ਰਹੇਗੀ, ਉਦੋਂ ਤੱਕ ਇਹ ਬਾਣੀ ਜੁਗੋ ਜੁਗ ਅਟਲ ਰਹਿਣੀ ਹੈ। ਭਾਈ ਆਖੋ ਸਤਨਾਮ। ਇਹ ਬਾਣੀ ਹਮੇਸ਼ਾ ਕਾਇਮ ਰਹਿਣੀ। ਹੁਣ ਇਹ ਬਾਣੀ ਦੇ ਦਰਸ਼ਨ ਕਰੋ ਜ਼ਰਾ। ਆ ਜਿਹੜੀ ਗੁਰਬਾਣੀ ਜਿਨ੍ਹਾਂ ਨੂੰ ਮੱਥਾ ਟੇਕਦੇ ਹਾਂ ਆਪਾਂ, ਆਉਂਦੇ ਜਾਂਦੇ ਮੱਥਾ ਟੇਕਦੇ ਹਾਂ, ਜਦੋਂ ਵੀ ਕੋਈ ਸਮਾਗਮ ਕਰਦੇ ਹਾਂ ਤੇ ਮਹਾਰਾਜ ਦੀ ਬਾਣੀ ਦਾ ਪ੍ਰਕਾਸ਼ ਕਰਦੇ ਹਾਂ, ਸੁਣਦੇ ਹਾਂ, ਇਹ ਜਿਹੜੀ ਬਾਣੀ ਹਰੇਕ ਜਗਤ ਵਿੱਚ ਅੱਜ ਪ੍ਰਕਾਸ਼ਮਾਨ ਹੈ। ਸਾਰੀਆਂ ਤਕਰੀਬਨ ਸਰਕਾਰਾਂ ਡਰੀਆਂ ਹੋਈਆਂ ਨੇ, ਧਿਆਨ ਰੱਖਣਾ। ਤਕਰੀਬਨ ਸਰਕਾਰਾਂ ਡਰੀਆਂ ਹੋਈਆਂ ਨੇ। ਅੰਗਰੇਜ਼ਾਂ ਦੇ ਪਹਿਲਾਂ ਮੁਸਲਮਾਨਾਂ ਦੀ ਸਰਕਾਰਾਂ ਸੀਗੀਆਂ ਹਿੰਦੁਸਤਾਨ ਦੇ ਵਿੱਚ, ਫਿਰ ਅੰਗਰੇਜ਼ਾਂ ਦੀ ਸਰਕਾਰਾਂ ਆਈਆਂ, ਹੁਣ ਉੱਥੇ ਇੱਕ ਹਿੰਦੂ ਵਰਗ ਹੈ, ਉਹਨਾਂ ਦੀ ਸਰਕਾਰ ਚੱਲ ਪਈ ਹੈ। ਇਸ ਜਿਤਨੀਆਂ ਸਰਕਾਰਾਂ ਅੱਗੇ ਨੂੰ ਵੀ ਆਉਣਗੀਆਂ, ਇਹ ਡਰਨਗੀਆਂ, ਇਸ ਬਾਣੀ ਤੋਂ ਡਰਨਗੀਆਂ, ਕਿਉਂਕਿ ਉਹਨਾਂ ਦੀ ਹੋਂਦ ਜੋ ਅੱਜ ਤੱਕ ਉਹਨਾਂ ਨੇ ਕੁਝ ਵੀ ਬੋਲਿਆ ਰੱਬ ਬਾਰੇ, ਲੋਕਾਂ ਨੂੰ ਸਮਝਾਇਆ ਰੱਬ ਬਾਰੇ, ਇਹ ਜਿਹੜੀ ਬਾਣੀ ਹੈ ਇਹ ਕੇਵਲ ਉਹਨਾਂ ਨੂੰ ਵੀ ਉਦੋਂ ਵੀ ਉੱਚੀ ਗੱਲ ਸਮਝਾਉਂਦੀ ਹੈ, ਸਪਸ਼ਟ ਕਰਦੀ ਹੈ। ਤੇ ਲੋਕ ਡਰੇ ਨੇ ਆਪਣੀ ਕਿਤੇ ਸਾਡੀ ਹੋਂਦ ਨਾ ਖਤਮ ਹੋ ਜਾਏ, ਧਿਆਨ ਰੱਖਣਾ। ਇਸ ਹੋਂਦ ਨੂੰ ਦੁਨੀਆ ਨੇ ਜੋ ਝੂਠੀ ਹੋਂਦ ਬਣਾਈ ਹੈ, ਉਸ ਨੂੰ ਮਿਟਾਉਂਦੀ ਹੈ ਇਹ ਗੁਰਬਾਣੀ ਦਾ ਸੱਚ, ਧਿਆਨ ਰੱਖਣਾ। ਸੋ ਇਸ ਸੱਚ ਨੂੰ ਸਾਰਾ ਸੁਣਿਓ ਕਿ ਇਹ ਜਿਹੜੀ ਬਾਣੀ ਹੈ, ਇਹ ਜਿਵੇਂ ਹੁਣ ਰੱਬ ਆਪਣੇ ਵਿੱਚ ਹਨ, ਐਸੇ ਹੀ ਰੱਬ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਸਨ। ਇਹ ਐਸੇ ਹੀ ਰੱਬ ਨਾਨਕ ਸੱਚੇ ਪਾਤਸ਼ਾਹ ਆਪਣੇ ਅੰਦਰ ਰੱਬ ਨੂੰ ਗਾਉਂਦੇ ਹੁੰਦੇ ਸਨ। ਤੇ ਐਸੇ ਹੀ ਰੱਬ ਜੀ ਦੀ ਬਾਣੀ ਅੰਦਰੋਂ ਆਉਂਦੀ ਸੀ। ਤੇ ਉਹਨਾਂ ਦੀ ਜਿਹੜੀ ਅੰਦਰੋਂ ਬਾਣੀ ਆਉਂਦੀ ਸੀ, ਤੇ ਉਸ ਬਾਣੀ ਦਾ ਧਿਆਨ ਰੱਖਿਓ ਜ਼ਰਾ। ਜਦੋਂ ਅੰਦਰੋਂ ਆਉਂਦੀ ਸੀ ਤੇ ਨਾਨਕ ਸੱਚੇ ਪਾਤਸ਼ਾਹ ਅੰਦਰ ਹੀ ਸਰੀਰ ਦੇ ਉਹਨੂੰ ਸੁਣਦੇ ਸੀ, ਅੰਦਰ ਹੀ ਸੁਣਦੇ ਸੀ। ਤੇ ਸੁਣ ਕੇ ਫਿਰ ਉਸੇ ਨੂੰ ਗਾਉਂਦੇ ਸੀ ਜਿਹੜਾ ਉਹਨਾਂ ਨੂੰ ਗਵਾਉਂਦਾ ਹੁੰਦਾ ਸੀ। ਆਖੋ ਸਤਨਾਮ। ਫਿਰ ਗੱਲ ਸੁਣਿਓ, ਇਹ ਬਹੁਤ ਮਹੱਤਵਪੂਰਨ ਗੱਲ ਹੈ ਜਿਹੜੀ ਕਿ ਸਿੱਖ ਜਗਤ ਨੂੰ ਵਿਚਾਰਨੀ ਚਾਹੀਦੀ ਹੈ ਕਿ ਅਸੀਂ ਉਸ ਰੱਬ ਨੂੰ ਗਾ ਰਹੇ ਹਾਂ। ਅੱਜ ਦੇਖੋ, ਤੁਸੀਂ ਦਰਬਾਰ 'ਚ ਆਏ ਹੋ, ਬੈਠੇ ਹੋ, ਰੋਜ਼ ਆਉਂਦੇ ਹੋ, ਰੋਜ਼ ਬੈਠਦੇ ਹੋ, ਰੋਜ਼ ਗਾਉਂਦੇ ਹੋ, ਤੇ ਤੁਸੀਂ ਗਾ ਕਿਹਨੂੰ ਰਹੇ ਹੋ? ਉਹਨੂੰ ਗਾ ਰਹੇ ਹੋ ਜਿਹੜਾ ਤੁਹਾਨੂੰ ਗਵਾ ਰਿਹਾ ਹੈ, ਜਿਹੜਾ ਤੁਹਾਨੂੰ ਬੁਲਾ ਰਿਹਾ ਹੈ। ਤੁਸੀਂ ਉਹਨੂੰ ਬੋਲਣਾ ਹੈ, ਹੋਰ ਕਿਸੇ ਨੂੰ ਨਹੀਂ ਬੋਲਣਾ ਹੈ, ਧਿਆਨ ਰੱਖਣਾ। ਨਾ ਕਿਸੇ ਮੂਰਤੀ ਦਾ ਧਿਆਨ ਰੱਖਣਾ ਹੈ, ਨਾ ਕਿਸੇ ਦਸੇ ਪਾਤਸ਼ਾਹੀਆਂ ਦਾ ਫੋਟੋ ਦਾ ਧਿਆਨ ਰੱਖਣਾ ਹੈ, ਨਾ ਕਿਸੇ ਬਾਬਿਆਂ ਦਾ ਧਿਆਨ ਰੱਖਣਾ ਹੈ, ਨਾ ਕਿਸੇ ਹੋਰ ਅਸਥਾਨਾਂ ਦਾ ਧਿਆਨ ਰੱਖਣਾ ਹੈ। ਤੁਹਾਡੇ ਸਰੀਰ ਦੇ ਅਸਥਾਨ ਦੇ ਅੰਦਰ ਹੀ ਰੱਬ ਵਸਦੇ ਨੇ ਤੇ ਉਹ ਰੱਬ ਤੁਹਾਨੂੰ ਬੁਲਾਉਂਦੇ ਨੇ। ਉਹਨੂੰ ਬੋਲਣਾ ਹੈ, ਉਹਨੂੰ ਬੋਲਣਾ, ਤਾਂ ਕਿ ਆਪਣਾ ਮਨ ਜਿਹੜਾ ਉਹਨੂੰ ਬੋਲਦਾ ਨਹੀਂ ਹੈ। ਸਾਡਾ ਮਨ ਕੀ ਕਰਦਾ ਹੈ? ਸੁਣੋ, ਸਾਡਾ ਮਨ ਜਦੋਂ ਰੱਬ ਬੋਲਦਾ ਤੇ ਅਸੀਂ ਕਹਿੰਦੇ ਮੈਂ ਬੋਲਦਾ, ਜਦੋਂ ਰੱਬ ਕਰਾਉਂਦਾ ਤੇ ਸਾਡਾ ਮਨ ਕਹਿੰਦਾ ਮੈਂ ਕਰਦਾ। ਇਹ ਭੁਲੇਖਾ ਸਭ ਤੋਂ ਵੱਡਾ ਦੁਨੀਆ ਦੇ ਉੱਤੇ ਅਗਿਆਨਤਾ ਦਾ ਮਨੁੱਖ ਦੇ ਨਾਲ ਲਿਪਤ ਹੈ। ਇਹ ਬਹੁਤ ਵੱਡਾ ਭੁਲੇਖਾ ਹੈ। ਇਹ ਕੋਈ ਛੋਟਾ ਵੱਡਾ ਭੁਲੇਖਾ ਨਹੀਂ ਹੈ, ਇਹ ਇਤਨਾ ਵੱਡਾ ਭੁਲੇਖਾ ਹੈ ਜਿਸ ਹੰਕਾਰ ਦੇ ਨਾਲ ਦੁਨੀਆ ਆਪਣੇ ਹੀ ਰੱਬ ਤੋਂ ਟੁੱਟਦੀ ਹੈ, ਜਿਸ ਹੰਕਾਰ ਦੇ ਨਾਲ ਦੁਨੀਆ ਆਪਣੇ ਪਰਿਵਾਰਾਂ ਤੋਂ ਟੁੱਟਦੀ ਹੈ, ਆਪਣੇ ਰਿਸ਼ਤਿਆਂ ਤੋਂ ਟੁੱਟਦੀ ਹੈ। ਅੱਜ ਪਤੀ ਪਤਨੀ ਦਾ ਰਿਸ਼ਤਾ ਟੁੱਟਦਾ ਹੰਕਾਰ ਦੇ ਕਾਰਨ, ਅੱਜ ਮਾਤਾ ਪਿਤਾ ਦਾ ਰਿਸ਼ਤਾ ਟੁੱਟਦਾ ਹੰਕਾਰ ਦੇ ਕਾਰਨ, ਅੱਜ ਮਾਤਾ ਪਿਤਾ ਤੇ ਬੱਚਿਆਂ ਦਾ ਰਿਸ਼ਤਾ ਟੁੱਟਦਾ ਹੰਕਾਰ ਦੇ ਕਾਰਨ। ਅੱਜ ਸਾਡਾ ਸਮਾਜ ਦੇ ਵਿੱਚ ਰਿਸ਼ਤਾ ਇੱਕ ਦੂਜੇ ਨਾਲ ਟੁੱਟਦਾ ਕੇਵਲ ਇਸ ਵਾਸਤੇ ਹੈ ਕਿਉਂਕਿ ਮਨ ਹੰਕਾਰੀ ਹੋ ਗਏ, ਹੋਰ ਕੋਈ ਮਤਲਬ ਨਹੀਂ ਹੈ। ਜਿਸ ਦਿਨ ਮੇਰਾ ਹੰਕਾਰ ਖਤਮ ਹੋਏਗਾ, ਮੇਰੀ ਮੈਂ ਮਿਟੇਗੀ, ਮੇਰਾ ਮਨ ਰੱਬ ਦੇ ਵਿੱਚ ਲੀਨ ਹੋਏਗਾ, ਮੇਰਾ ਮਨ ਰੱਬ ਨੂੰ ਆਪਣੇ ਅੰਦਰ ਤੇ ਸਭ ਦੇ ਅੰਦਰ ਦਰਸ਼ਨ ਪਾਏਗਾ, ਮੇਰਾ ਮਨ ਫਿਰ ਉਸ ਰੱਬ ਨਾਲ ਜਿਹੜਾ ਆਪਣੇ ਨਾਲ ਰਹਿਣ ਲੱਗੇਗਾ, ਫਿਰ ਦੂਜੇ ਨਾਲ ਵੀ ਰਹਿਣ ਦੀ ਅਵਸਥਾ ਨੂੰ ਬਣ ਆਏਗਾ।
ਐਸਾ ਜਿਹੜਾ ਖਿਆਲ ਹੈ ਇਹ ਵੈਲ ਐਸਟੈਬਲਿਸ਼ ਸੀ ਇਸ ਗੁਰੂ ਘਰ ਵਿੱਚ। ਇਸ ਨਾਨਕ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਬਾਣੀ ਨੂੰ ਪ੍ਰਚਾਰ ਕਰਨ ਲੱਗਿਆ ਕੇਵਲ ਇੱਕੋ ਹੀ ਮਕਸਦ ਸੀ ਕਿ ਹਰ ਬੰਦਾ ਬਾਣੀ ਨਾਲ ਜੁੜੇ। ਯਾਨੀ ਆ ਜਿਹੜਾ ਅਸੀਂ ਬੋਲਦੇ ਹਾਂ ਇਹਨੂੰ ਬਾਣੀ ਕਹਿੰਦੇ ਆ। ਅਸੀਂ ਜਦੋਂ ਬੋਲੀਏ ਬੁਲਾਉਣ ਵਾਲੇ ਨੂੰ ਬੋਲੀਏ, ਅਸੀਂ ਜਿਹੜਾ ਬੋਲੀਏ ਉਸ ਨੂੰ ਬੋਲੀਏ ਜਿਹੜਾ ਸਾਨੂੰ ਬੁਲਾਉਂਦਾ ਹੈ। ਇਹ ਬੁਲਾਉਣ ਵਾਲੇ ਦੀ ਬੋਲੀ ਹੋਈ ਬਾਣੀ ਹੈ। ਫਿਰ ਗੱਲ ਸੁਣਿਓ, ਜੇ ਨਾਨਕ ਪਾਤਸ਼ਾਹ ਬੋਲੇ ਰੱਬ ਨੇ ਬੁਲਾਇਆ ਤਾਂ ਬੋਲੇ। ਧਿਆਨ ਰੱਖਣਾ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਇੱਥੇ ਧਿਆਨ ਰੱਖਿਓ, ਨਾਨਕ ਬੋਲੇ ਬੁਲਾਇਆ ਤੇਰਾ। ਆ ਜਿਹੜਾ ਅੰਦਰੋਂ ਬੁਲਾਉਂਦਾ ਸੀ ਨਾ ਰੱਬ, ਤੇ ਨਾਨਕ ਪਾਤਸ਼ਾਹ ਤਾਂ ਬੋਲਦੇ ਸਨ ਕਿਉਂਕਿ ਰੱਬ ਬੁਲਾਉਂਦੇ ਸਨ। ਤੇ ਨਾਨਕ ਪਾਤਸ਼ਾਹ ਨੇ ਰਿਕਗਨਾਈਜ਼ ਕੀਤਾ ਸੀ ਕਿ ਨਾਨਕ ਬੋਲ ਤਾਂ ਰਿਹਾ ਕਿਉਂਕਿ ਤੂੰ ਬੁਲਾ ਰਿਹਾ। ਇਸ ਗੱਲ ਨੂੰ ਸਮਝਿਓ ਜਰਾ। ਇਹ ਜਿਹੜੀ ਬਾਣੀ ਹੈ ਇਹ ਉਸ ਰੱਬ ਨੇ ਬੁਲਾਈ ਨਾਨਕ ਨੂੰ, ਜਿਹੜੇ ਰੱਬ ਜੀ ਇਸ ਵੇਲੇ ਆਪਣੇ ਅੰਦਰ ਆਪਾਂ ਨੂੰ ਬੁਲਾਉਂਦੇ ਨੇ ਤੇ ਆਪਾਂ ਬੋਲ ਨਹੀਂ ਪਾ ਰਹੇ। ਸਾਨੂੰ ਬੋਲਣੀ ਨਹੀਂ ਆ ਰਹੀ। ਅਸੀਂ ਬਸ ਇੱਥੇ ਬੋਲਣ ਦਾ ਹੀ ਅਭਿਆਸ ਕਰਨਾ ਹੈ ਕਿ ਕਹਿਣੇ ਵਾਲੇ ਤੇਰੇ ਰਹੇ ਸਮਾਏ। ਆ ਜਿਹੜਾ ਆਪਾਂ ਬੋਲਣ ਵਾਲੇ ਬੈਠੇ ਆ ਨਾ ਸਾਰੇ ਜਿਹੜੇ ਕਹਿੰਦੇ ਮੈਂ ਬੋਲਦਾ ਜੀ, ਮੈਨੂੰ ਬੋਲਣਾ ਆਉਂਦਾ ਜੀ, ਮੈਂ ਬੋਲਣਾ ਸਿੱਖ ਗਿਆ ਜੀ, ਜਿਹੜਾ ਕਹਿੰਦੇ ਨਾ ਆਪਾਂ ਸਾਰੇ, ਆਪਣਾ ਮਨ ਕਹਿ ਸਕੇ ਮੈਂ ਨਹੀਂ ਬੋਲਦਾ ਮੇਰੇ ਮਾਲਕ ਤੂੰ ਬੁਲਾਉਣਾ ਤਾਂ ਮੈਂ ਬੋਲਦਾ। ਆਖੋ ਸਤਿਨਾਮ। ਇਸ ਪਹਿਲੇ ਘਰ ਵਿੱਚ ਆਉਣਾ। ਅਸੀਂ ਹਾਲੇ ਪਹਿਲੇ ਘਰ ਵਿੱਚ ਨਹੀਂ ਆ ਰਹੇ। ਅਸੀਂ ਪਹਿਲੇ ਘਰ ਵਿੱਚ ਗਾਉਣਾ ਨਹੀਂ ਸਿੱਖਿਆ। ਅਸੀਂ ਪਹਿਲੇ ਘਰ ਵਿੱਚ ਬਾਣੀ ਪੜ੍ਹਨੀ ਨਹੀਂ ਸਿੱਖੀ। ਅਸੀਂ ਜਦੋਂ ਬਾਣੀ ਪੜ੍ਹਦੇ ਹਾਂ ਤੇ ਕੋਈ ਮਨ ਜਦੋਂ ਬਾਣੀ ਪੜ੍ਹਦਾ ਸਰੀਰ ਦੇ ਵਿੱਚ ਤੇ ਕਹਿੰਦਾ ਨਹੀਂ ਹੈ ਮਾਲਕ ਤੈਂ ਪੜ੍ਹਾਈ ਤਾਂ ਮੈਂ ਪੜ੍ਹੀ। ਹਰ ਕੋਈ ਕਹਿੰਦਾ ਮੈਂ ਬਾਣੀ ਪੜ੍ਹ ਕੇ ਆਇਆ, ਮੈਂ ਕੀਰਤਨ ਕੀਤਾ, ਮੈਂ ਲੋਕਾਂ ਨੂੰ ਸੁਣਾ ਕੇ ਆਇਆ, ਹੈ ਨਾ। ਹਰ ਕੋਈ ਕਹਿ ਰਿਹਾ। ਹਰ ਮਾਤਾ ਪਿਤਾ, ਗੁਰਦੁਆਰੇ ਦੇ ਗ੍ਰੰਥੀ, ਗੁਰਦੁਆਰੇ ਦੇ ਕਥਾਕਾਰ, ਜਿਤਨੇ ਵੀ ਸੰਸਾਰ ਦੇ ਵਿੱਚ ਆਮ ਵਿਅਕਤੀ ਨੇ, ਉਹ ਜਦੋਂ ਬੋਲਦੇ ਨੇ ਬੋਲ ਕੇ ਕਹਿੰਦੇ ਇਹ ਨੇ ਮੈਂ ਬਾਣੀ ਪੜ੍ਹੀ, ਮੈਂ ਰੌਣ ਲਾ ਕੇ ਆਇਆ, ਮੈਂ ਹੁਣੇ ਕੀਰਤਨ ਕਰਕੇ ਆਇਆ। ਤੇ ਜਦੋਂ ਸੰਗਤ ਵਿੱਚ ਆਪਾਂ ਬੈਠੇ ਹੁੰਦੇ ਹਾਂ ਤਾਂ ਕੀ ਬੋਲਦੇ ਹਾਂ, ਮੈਂ ਅੱਜ ਬੜਾ ਕੀਰਤਨ ਕੀ ਕਰਕੇ ਆਇਆ, ਮੇਰੀ ਸੁਰਤ ਜੁੜ ਗਈ। ਕਦੇ ਨਹੀਂ ਅਸੀਂ ਕਹੀ ਗੱਲ ਇਹ ਕਿ ਮੈਂ ਤਾਂ ਪੜ੍ਹੀ ਕਿਉਂਕਿ ਮਾਲਕ ਤੈਂ ਪੜ੍ਹਾਈ। ਆਖੋ ਸਤਿਨਾਮ। ਮੈਂ ਤਾਂ ਗਾਈ ਕਿਉਂਕਿ ਤੈਂ ਗਵਾਈ। ਮੈਂ ਤਾਂ ਪਾਠ ਕੀਤਾ ਕਿਉਂਕਿ ਤੈਂ ਕਰਾਇਆ। ਮੈਂ ਤਾਂ ਸੇਵਾ ਕੀਤੀ ਕਿਉਂਕਿ ਤੈਂ ਕਰਾਈ। ਮੈਂ ਮਾਲਕ ਤਾਂ ਆਇਆ ਕਿਉਂਕਿ ਤੂੰ ਲੈ ਕੇ ਆਇਆ। ਐਸੀ ਗੱਲ ਸਾਡੇ ਜ਼ਿਹਨ ਵਿੱਚ ਇਤਨੇ ਕੀਰਤਨ ਸੁਣਦੇ ਆ, ਇੰਨੀ ਵਾਰ ਗੁਰਦੁਆਰੇ ਆਏ ਆ, ਬਚਪਨ ਤੋਂ ਵੱਡੇ ਹੋ ਜਾਂਦੇ ਆ, ਪਰ ਇਹ ਛੋਟੀ ਜਿਹੀ ਗੱਲ ਜਿਹੜੀ ਕਿ ਸਭ ਤੋਂ ਵੱਡੀ ਗੱਲ ਹੈ ਉਹੀ ਸਮਝ ਨਹੀਂ ਆ ਰਹੀ, ਨਹੀਂ ਆ ਰਹੀ। ਐ ਗੁਰਸਿੱਖੋ, ਆ ਗੁਰਸਿੱਖੋ। ਗੁਰ ਦਾ ਅਰਥ ਸੁਣਿਓ, ਇੱਕ ਹੁੰਦਾ ਗੁਰੂ, ਇੱਕ ਹੁੰਦਾ ਗੁਰ। ਇਹ ਦੋ ਸ਼ਬਦ ਹਮੇਸ਼ਾ ਜੀਵਨ ਵਿੱਚ ਸਪਸ਼ਟ ਕਰਕੇ ਬੋਲਣੇ। ਅਸੀਂ ਕੀ ਕਰਦੇ ਹਾਂ, ਗੁਰ ਦਾ ਵੀ ਅਰਥ ਗੁਰੂ ਕਰਕੇ ਭੁਲੇਖਾ ਪਵਾ ਦਿੰਦੇ ਹਾਂ, ਪਾ ਲੈਂਦੇ ਹਾਂ। ਅਸੀਂ ਗੁਰੂ ਦਾ ਵੀ ਅਰਥ ਗੁਰੂ ਕਰ ਦਿੰਦੇ ਹਾਂ। ਧਿਆਨ ਰੱਖਣਾ, ਇੱਕੋ ਹੀ ਪੰਕਤੀ ਪੜ੍ਹਦਾ ਦਾਸ, ਗੁਰ ਬਿਨ ਘੋਰ ਅੰਧਾਰ ਗੁਰੂ ਬਿਨ। ਇੱਕੋ ਹੀ ਪੰਕਤੀ, ਦੋ ਸ਼ਬਦ ਆ ਗਏ। ਧਿਆਨ ਰੱਖਿਓ, ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵ। ਹੁਣ ਇਹਨਾਂ ਸ਼ਬਦਾਂ ਦੇ ਦੋ ਹੋਂਦਾਂ ਨੇ। ਇਹ ਸ਼ਬਦਾਂ ਦੀ ਹੋਂਦ ਜੇ ਅਸੀਂ ਇੱਥੇ ਬਣਾ ਵੀ ਲਵਾਂਗੇ ਤੇ ਜੇ ਦੂਜੇ ਸ਼ਬਦ ਜਿੱਥੇ ਗੁਰ ਪੜਾਂਗੇ ਉੱਥੇ ਗੁਰੂ ਕਹਿ ਦਿਆਂਗੇ। ਇਹ ਭੁਲੇਖਾ ਸਾਡੇ ਅੰਦਰ ਪਿਆ ਹੋਇਆ। ਹੁਣ ਗੁਰ ਕੀ ਟਹਿਲ ਗੁਰੂ ਕੀ ਸੇਵਾ, ਇੱਕੋ ਹੀ ਪੰਕਤੀ ਹੈ। ਧਿਆਨ ਰੱਖਿਓ, ਜਿੱਥੇ ਗੁਰੂ ਸ਼ਬਦ ਵਰਤਣਾ ਹੈ ਉੱਥੇ ਗੁਰੂ ਵਰਤਨ ਦਾ ਇੱਕ ਤਰੀਕਾ ਹੈ। ਗੁਰੂ ਵਰਤਨ ਦਾ ਤਰੀਕਾ ਇਹ ਹੈ ਕਿ ਸਰੀਰ ਰੂਪੀ ਗੁਰੂ ਨਹੀਂ, ਸ਼ਬਦ ਰੂਪੀ ਗੁਰੂ ਜਿਹੜਾ ਘਟ ਬੈਠੇ ਰੱਬ ਦੀ ਬਾਣੀ ਰਾਹੀਂ ਆਉਂਦਾ ਹੈ, ਉਹ ਸਭ ਦੇ ਵਿੱਚੋਂ ਆਉਂਦਾ ਹੈ। ਮਹਾਰਾਜ ਕਹਿੰਦੇ ਸਭ ਹੈ ਘਟ। ਗੱਲ ਸਮਝ ਆਈ ਕਿ ਰਾਮ ਰਮਿਆ ਹੋਇਆ ਹਰ ਘਟ ਵਿੱਚੋਂ ਬੋਲਦਾ ਹੈ। ਇਹ ਗੱਲ ਸਾਨੂੰ ਹਾਲੇ ਸਮਝ ਨਹੀਂ ਆ ਰਹੀ, ਨਹੀਂ ਆ ਰਹੀ। ਤੇ ਅਸੀਂ ਇਹ ਸਮਝਣ ਵਾਸਤੇ ਆਇਓ ਸੁਣਨ ਪੜਨ ਕੋ ਬਾਣੀ। ਅਸੀਂ ਇਸ ਗੱਲ ਨੂੰ ਸਮਝਣ ਵਾਸਤੇ ਮਹਾਰਾਜ ਨੇ ਸਾਨੂੰ ਭੇਜਿਆ ਸੰਸਾਰ ਵਿੱਚ, ਤੇ ਮਹਾਰਾਜ ਨੇ ਬਾਣੀ ਭੇਜੀ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਬਾਨਾ, ਮੇਰੇ ਤੇ ਮਾਲਕ ਮਿਹਰਬਾਨ ਹੋਇਆ, ਦਿਆਲੂ ਹੋਇਆ। ਹਰ ਨਾਨਕ ਸਾਚ ਵਖਾਣਾ, ਉਹ ਸੱਚਾ ਸਰੂਪ ਜਿਹੜਾ ਕੰਨਾਂ ਲਾ ਕੇ ਬੋਲ ਰਹੇ, ਸੱਚ ਸਾਚ ਸਾਚ ਵਖਾਣਾ ਜਿਹੜਾ ਸ਼ਬਦ ਬੋਲ ਰਹੇ ਹੈ, ਕੰਨੇ ਲਾ ਕੇ ਜਦੋਂ ਬੋਲਦੇ ਆ
ਇਹਨਾਂ ਦੇ ਅਰਥ ਜਾਣੋ। ਅਸੀਂ ਕਿਸੇ ਵੀ ਗ੍ਰੰਥ ਵਿੱਚ ਇਹ ਅਰਥ ਨਹੀਂ ਪੜ੍ਹੇ ਜੀ। ਆਪ ਜੀ ਬੈਠੇ ਹੋ, ਸਾਰੇ ਮਹਾਪੁਰਸ਼ ਬੈਠੇ ਹੋ, ਤੇ ਜਿੱਥੇ ਕੰਨੇ ਲਾ ਕੇ ਸ਼ਬਦ ਬੋਲੇ ਜਾਂਦੇ ਨੇ, ਜਿਵੇਂ ਸੱਚਾ ਸਾਚਾ ਕੰਨਾਂ ਲਾ ਕੇ ਬੋਲ ਰਹੇ, ਰੱਤੇ ਰਾਤੇ, ਠੀਕ ਹੈ ਜੀ। ਜਿੱਥੇ ਆਨੰਦ ਆਨੰਦ, ਜਪ ਜਾਪ, ਕਰ ਕਾਰ, ਧਿਆਨ ਕੰਨੇ ਲਾ ਕੇ ਬੋਲ ਰਹੇ ਹਾਂ ਆਪਾਂ। ਇਹਨਾਂ ਦੇ ਅਰਥ ਕਿਸੇ ਦੇ ਗ੍ਰੰਥਾਂ ਵਿੱਚ ਸਾਨੂੰ ਨਹੀਂ ਮਿਲੇ, ਖਿਆਲ ਕਰ ਰਹੇ। ਹੁਣ ਕੰਨੇ ਲਾ ਕੇ ਦਾ ਅਰਥ ਸੁਣਿਓ। ਜਿਵੇਂ ਜਪ ਨੂੰ ਕੰਨਾ ਲਾ ਦਿਓ, ਜਾਪ ਬਣ ਜਾਂਦਾ। ਕੰਨਾ ਲਾ ਰਹੇ ਹਾਂ, ਕਿਵੇਂ ਲੱਗ ਰਿਹਾ? ਜਿਹੜੇ ਰੱਬ ਜੀ ਸਾਡੇ ਅੰਦਰ ਵਸਦੇ ਨੇ, ਅਸੀਂ ਉਹਨਾਂ ਨੂੰ ਜਪਦੇ ਹਾਂ, ਤੇ ਜਪਦਿਆਂ ਹੋਇਆਂ ਮਨ ਨੂੰ ਉਸ ਵੇਲੇ ਧਿਆਨ ਆਏਗਾ ਜਦੋਂ ਜਪੇਗਾ ਜਪੇਗਾ ਜਪੇਗਾ, ਤੇ ਕਿ ਮੈਂ ਜਪ ਤਾਂ ਰਿਹਾ ਕਿਉਂਕਿ ਮਾਲਕ ਤੂੰ ਜਪਾ ਰਿਹਾ, ਉੱਥੇ ਕੰਨਾ ਲੱਗ ਜਾਏਗਾ। ਧਿਆਨ ਰੱਖਿਓ, ਜਦੋਂ ਆਪਾਂ ਜਿਹਨੂੰ ਜਪਦੇ ਹੋਈਏ, ਜੇ ਸਾਡੇ ਮਨ ਵਿੱਚ ਇਹ ਭੁਲੇਖਾ ਨਾ ਰਹੇ ਕਿ ਰੱਬ ਕਿਤੇ ਬਾਹਰ ਹੈ, ਜੇ ਸਾਡੇ ਮਨ ਵਿੱਚ ਸਪਸ਼ਟਤਾ ਰਹੇ ਕਿ ਸਭ ਕੁਛ ਘਰ ਮੇਂ ਬਾਹਰ ਨਹੀਂ, ਬਾਹਰ ਟੋਲਾ ਸੋ ਭਰਮ ਭੁਲਾਹੀ, ਕਿ ਸਿੱਖ ਮਹਾਰਾਜ ਦੀ ਇਸ ਗੱਲ ਦੇ ਉੱਤੇ ਪਹਿਰਾ ਦਿੰਦਾ ਹੈ ਕਿ ਬਾਹਰ ਮੂਲ ਨਾ ਖੋਜੀਏ, ਘਰ ਮਾਹੀ ਵਿਦਾਤਾ। ਆਪਣੇ ਘਰ ਵਿੱਚ ਰੱਬ ਵਸਦਾ। ਜੇ ਅਸੀਂ ਇੱਥੇ ਗੁਰਦੁਆਰੇ ਆਏ ਹਾਂ, ਜਾਂ ਅੱਗੇ ਨੂੰ ਵੀ ਆਉਣਗੇ ਬੱਚੇ ਸਾਡੇ, ਇਸ ਵਾਸਤੇ ਆਉਣਗੇ ਕਿ ਜਿਹੜਾ ਰੱਬ ਉਹਨਾਂ ਦੇ ਵਿੱਚ ਵਸਦਾ ਹੈ, ਉਸ ਰੱਬ ਨਾਲ ਉਹ ਵਸ ਸਕਣ। ਆਖੋ ਸਤਿਨਾਮ। ਤੇ ਉਸ ਰੱਬ ਨਾਲ ਵਸਣ ਵਾਸਤੇ ਅਸੀਂ ਗੁਰੂ ਦਾ ਸਹਾਰਾ ਲੈਂਦੇ ਹਾਂ। ਤੇ ਜਿਹੜਾ ਗੁਰੂ ਹੈ ਉਹ ਬੰਦਾ ਨਹੀਂ ਹੈ। ਜਿਹੜਾ ਗੁਰੂ ਹੈ ਉਹ ਰੱਬ, ਜਿਹੜਾ ਬਾਣੀ ਬੋਲਦਾ ਹੈ ਨਾ ਸਾਨੂੰ ਸਮਝਾਉਣ ਵਾਸਤੇ, ਰਾਸਤੇ ਪਾਉਣ ਵਾਸਤੇ। ਰਾਸਤੇ ਦਾ ਅਰਥ ਹੈ ਕਿ ਅਸੀਂ ਰਾਸਤੇ 'ਚ ਤਾਂ ਪਏ ਜਾਣੋ ਜੇ ਜੀਵਨ ਵਿੱਚ ਜਨਮ ਲੈਣ ਤੋਂ ਬਾਅਦ ਘੱਟ ਬੈਠੇ ਰੱਬ ਨਾਲ ਜੁੜ ਜੀਏ, ਤੇ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਘੱਟ ਬੈਠੇ ਰੱਬ ਨਾਲ ਤੁਰੀਏ। ਅਸੀਂ ਤਾਂ ਰਾਹ ਪਾਏ ਹੋਇਆ, ਨਹੀਂ ਤਾਂ ਗੁੰਮਰਾਹ ਹੋਏ ਹੋਏ ਹਾਂ। ਯਾਦ ਰੱਖੋ ਕਿ ਜੇ ਮੈਂ ਜਿਹਨੂੰ ਗਾ ਰਿਹਾ ਉਹਨੂੰ ਗਾ ਰਿਹਾ ਜੋ ਮੈਨੂੰ ਗਵਾ ਰਿਹਾ, ਤੇ ਜਦੋਂ ਮੈਂ ਕੰਮ ਕਰਾਂ ਤੇ ਮੈਂ ਕਹਾਂ ਮੇਰੇ ਮਾਲਕ, ਇਹ ਕੰਮ ਮੈਂ ਤਾਂ ਕਰ ਰਿਹਾ ਕਿਉਂਕਿ ਤੂੰ ਕਰਾ ਰਿਹਾ। ਆਖੋ ਸਤਿਨਾਮ। ਯਾਨੀ ਕੰਮ ਕਰਦਿਆਂ ਹੋਇਆ ਉਹ ਤੋਂ ਟੁੱਟਣਾ ਨਹੀਂ, ਗਾਉਂਦਿਆਂ ਹੋਇਆ ਉਹ ਤੋਂ ਪਰੇ ਹਟ ਕੇ ਗਾਉਣਾ ਨਹੀਂ। ਗੱਲ ਸਮਝ ਆਈ ਜੀ? ਜਿਹੜੇ ਰੱਬ ਜੀ ਆਪਣੇ ਅੰਦਰ ਵਸਦੇ ਨੇ ਉਹਨੂੰ ਹੀ ਗਾਉਣਾ ਹੈ। ਇਸ ਨੂੰ ਅਨਹਦ ਸ਼ਬਦ ਕਹਿੰਦੇ ਨੇ। ਕੀ ਕਹਿੰਦੇ ਨੇ ਜੀ? ਅਨਹਦ। ਕਿਸੇ ਹੋਰ ਹੱਦ ਤੇ ਨਹੀਂ ਸ਼ਬਦ ਬੋਲਣਾ। ਜਿਸ ਹੱਦ ਤੋਂ ਸ਼ਬਦ ਆਇਆ ਉਸ ਹੱਦ ਤੇ ਬੋਲਣਾ। ਜਿਹੜਾ ਤੁਹਾਨੂੰ ਬੁਲਾ ਰਿਹਾ ਉਹਨੂੰ ਬੋਲਣਾ ਹੈ। ਜਿਸ ਘਰੋਂ ਇਹ ਬਾਣੀ ਆਈ ਹੈ ਉੱਥੇ ਗਾਉਣੀ, ਤੇ ਤਾਂ ਕਿ ਜਿਹੜੀ ਬਾਣੀ ਹੈ ਸਾਨੂੰ ਉਸ ਘਰ ਵਿੱਚ ਲੈ ਕੇ ਜਾਂਦੀ ਹੈ। ਜਿਸ ਕੀ ਬਾਣੀ ਤਿਸ ਮਾਹੇ ਸਮਾਨੀ। ਜਿੱਥੋਂ ਆਈ ਹੈ ਨਾ ਰੱਬ ਦੀ ਬਾਣੀ, ਅਸੀਂ ਜਦੋਂ ਗਾਵਾਂਗੇ ਤੇ ਸੁਣਾਂਗੇ ਤੇ ਉਸ ਵਿੱਚ ਆਪਾਂ ਸਮਾ ਜਾਵਾਂਗੇ। ਆਖੋ ਸਤਿਨਾਮ। ਆਪਣੇ ਹੀ ਰੱਬ ਦੇ ਵਿੱਚ ਸਾਡੇ ਮਨ ਨੇ ਸਮਾਉਣਾ ਹੈ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਇਸ ਕਿਰਿਆ ਦੇ ਉੱਤੇ ਆਪਾਂ ਲਗਾਤਾਰ ਅੱਜ ਜਿਤਨੇ ਦੀਵਾਨ ਹੋਣਗੇ ਇਹਨਾਂ ਉੱਤੇ ਲਗਾਤਾਰ ਆਪਾਂ ਨੇ ਇਹ ਟੂਕ ਮਾਤਰ ਸ਼ਬਦਾਂ ਨੂੰ ਵਿਚਾਰ ਕਰਕੇ ਇਸ ਧੁਰੇ ਨਾਲ ਜੁੜੇ ਰਹਿਣਾ, ਤਾਂ ਕਿ ਸਾਡੀ ਸੁਰਤ ਜਦੋਂ ਬਾਣੀ ਪਕੜੇ, ਬਾਣੀ ਨੂੰ ਗਾਉਣ ਨੂੰ ਸੁਰਤ ਪਕੜੇ, ਤੇ ਸਾਡੇ ਮਨ ਨੂੰ ਸਮਝ ਆ ਜਾਏ ਕਿ ਮੇਰੇ ਘੱਟ ਬੈਠੇ ਰੱਬ ਜੀ ਮੇਰੇ ਨਾਲ ਪਿਆਰ ਕਰਦੇ ਨੇ ਤੇ ਮੈਨੂੰ ਬਾਣੀ ਗਵਾ ਰਹੇ ਨੇ, ਤੇ ਮੈਂ ਉਹਨੂੰ ਗਾਉਣਾ ਜਿਹੜਾ ਮੈਨੂੰ ਅੰਦਰੋਂ ਗਵਾ ਰਿਹਾ। ਤੇ ਆਹ ਜਿਹੜੀ ਬਾਣੀ ਪ੍ਰਕਾਸ਼ ਹੈ ਇਹ ਉਸ ਅੰਦਰੋਂ ਆਈ ਹੋਈ ਬਾਣੀ ਜਿਨ੍ਹਾਂ ਵਿੱਚੋਂ ਆਈ ਹੈ, ਜਿਨ੍ਹਾਂ ਨੇ ਗੱਲ ਕਹੀ ਕਿ ਮੈਂ ਨਹੀਂ ਗਾਇਆ ਤੂੰ ਗਵਾਇਆ, ਮੈਂ ਨਹੀਂ ਬੋਲਿਆ ਤੂੰ ਬੁਲਾਇਆ, ਮੈਂ ਨਹੀਂ ਕੀਤਾ ਤੇਰਾ ਕੀਤਾ ਹੋਇਆ, ਹੈ ਨਾ। ਜਿਨ੍ਹਾਂ ਨੇ ਕਿਹਾ ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਜਿਤਨਾ ਕੁਛ ਹੁਕਮ ਆਓ ਜੀਓ। ਜਿਵੇਂ ਤੇਰਾ ਹੁਕਮ ਆਉਂਦਾ ਸੀ ਮੈਂ ਉਸ ਤਰ੍ਹਾਂ ਕਿਹਾ। ਆਖੋ ਸਤਿਨਾਮ। ਨਾਨਕ ਸੱਚੇ ਪਾਤਸ਼ਾਹ ਦਾ ਪ੍ਰਮਾਣ ਮਾਤਰ ਸ਼ਬਦ ਸੁਣਿਓ। ਕਹਿੰਦੇ ਤਾਂ ਮੈਂ ਕਿਹਾ ਕਹਿਣ ਜਾਂ ਤੁਝੇ ਕਹਾਇਆ। ਮੈਂ ਤਾਂ ਕਿਹਾ ਕਿਉਂਕਿ ਤੈਂ ਕਹਾਇਆ। ਹੁਣ ਇਹ ਸਿੱਖ ਨੇ ਸੁਣਨਾ ਤੇ ਪੜ੍ਹਨਾ। ਪੜ੍ਹਦੇ ਹੋਏ ਅਸੀਂ ਕੀ ਕਰਦੇ ਹਾਂ? ਸੁਣਦੇ ਨਹੀਂ ਆ, ਪੜ੍ਹਦੇ ਹੁੰਦੇ ਆ। ਸਾਡੇ ਮਨ ਦੀ ਬਹੁਤ ਵੱਡਾ ਭੁਲੇਖਾ ਹੈ। ਅਸੀਂ ਕਹਿੰਦੇ ਬੇਟਾ ਪੜ੍ਹ ਜਾ ਤੂੰ, ਬੇਸ਼ੱਕ ਤੂੰ ਸੁਣਨਾ। ਸੁਣਨ ਦਾ ਅਰਥ ਹੈ ਸਮਝਣਾ।
ਜਿਹੜਾ ਗੱਲ ਸਮਝ ਨਾ ਆਵੇ ਸਮਝੋ ਸਾਡੇ ਮਨ ਨੇ ਸੁਣੀ ਨਹੀਂ, ਅਸੀਂ ਜਿਹਨੂੰ ਸੁਣਿਆ ਸਮਝੀ ਬੈਠੇ ਹਾਂ। ਧਿਆਨ ਰੱਖਣਾ, ਜਿਵੇਂ ਮੈਂ ਬੱਚਾ, ਪਿਤਾ ਮਾਤਾ ਬੱਚੇ ਨੂੰ ਗੱਲ ਕਹਿਣ ਤੇ ਬੱਚੇ ਨੂੰ ਸਮਝ ਨਾ ਆਵੇ, ਉਹਨੇ ਸੁਣ ਲਈ ਹੈ ਗੱਲ ਪਰ ਸਮਝ ਨਹੀਂ ਆਈ, ਧਿਆਨ ਰੱਖਣਾ, ਤੇ ਉਹ ਕੰਮ ਹੋਣਾ ਨਹੀਂ। ਫਿਰ ਤੇ ਪਿਤਾ ਨੇ ਫਿਰ ਅੱਗੇ ਕਹਿਣਾ ਹੈ, ਮਾਤਾ ਪਿਤਾ ਨੇ, ਕਿ ਬੇਟਾ ਤੈਂ ਮੇਰੀ ਗੱਲ ਸੁਣੀ ਅਨਸੁਣੀ ਕਰਤੀ। ਕਹਿੰਦੇ ਜੀ ਮੈਨੂੰ ਸਮਝ ਨਹੀਂ ਆਈ। ਕਹਿੰਦੇ ਜੇ ਸਮਝ ਨਹੀਂ ਆਈ ਤਾਂ ਪੁੱਛ ਲੈਂਦਾ ਮੈਨੂੰ। ਤੇ ਅਸੀਂ ਕਹਿੰਦੇ ਜੀ ਮੈਂ ਸ਼ਰਮਾਉਂਦਾ ਨਹੀਂ ਪੁੱਛਿਆ, ਮੈਂ ਕਿਹਾ ਪਿਤਾ ਬੋਲਦੇ ਨੇ, ਮੈਂ ਕਿਹਾ ਇਹ ਗੱਲ ਸੁਣਾਉਣੇ ਮੈਂ ਸੁਣ ਲਈ ਪਰ ਮੈਨੂੰ ਸਮਝ ਨਹੀਂ ਆਈ, ਤਾਈਓ ਮੈਂ ਕਰ ਨਹੀਂ ਸਕਿਆ। ਤੇ ਪਿਤਾ ਕਹਿੰਦਾ ਕਿ ਬੇਟਾ ਜਿੰਨੀ ਸੁਣ ਕੇ ਮੰਨਿਆ, ਜਿੰਨੀ ਸੁਣ ਕੇ ਮੰਨਿਆ, ਤਿੰਨਾਂ ਨਿਜ ਘਰ ਵਾਸ, ਉਹੀ ਨਿਜ ਘਰ ਵਿੱਚ ਟਿਕਣਗੇ, ਉਹੀ ਆਪਣੇ ਘਰ ਦੇ ਵਿੱਚ ਟਿਕਣਗੇ। ਉਹਨਾਂ ਦਾ ਹੀ ਸਵਾਲ ਹੱਲ ਹੋਣਾ। ਜਿਹੜੇ ਇੱਥੇ ਆਪਾਂ ਸਵਾਲੀ ਸਾਰੇ ਬੈਠੇ ਆ ਕਿ ਮੇਰਾ ਰੱਬ ਜਿਹੜਾ ਮੇਰੇ ਅੰਦਰ ਹੈ ਮੈਂ ਉਹਦੇ ਨਾਲ ਜੁੜ ਜਾ। ਆਖੋ ਸਤਨਾਮ। ਜਿਹੜਾ ਰੱਬ ਮੇਰੇ ਅੰਦਰ ਮੈਂ ਉਹਨੂੰ ਗਾਉਣਾ ਸਿੱਖਾਂ, ਜਿਹੜਾ ਮੇਰੇ ਅੰਦਰ ਰੱਬ ਹੈ ਮੈਂ ਉਹਨਾਂ ਦੇ ਪ੍ਰਤੀ ਬਾਣੀ ਤੋਂ ਸੁਣਾ ਤੇ ਉਹਨਾਂ ਦੇ ਪ੍ਰਤੀ ਮੈਂ ਆਪਣੇ ਅੰਦਰ ਗਾਉਣ ਲੱਗਾ, ਤਾਂ ਕਿ ਜਦੋਂ ਮੈਂ ਕੰਮ ਕਰਾਂ, ਕੰਮ ਕਰਦਿਆਂ ਮੈਂ ਆਪਣੇ ਆਪ ਨੂੰ ਨਾ ਗਾ ਜਾ, ਤੈਨੂੰ ਗਾ ਸਕਾਂ ਜਿਹੜਾ ਮੈਨੂੰ ਤੂੰ ਗਵਾਉਂਦਾ ਸੀ। ਆਖੋ ਸਤਨਾਮ। ਆਪਾਂ ਕਹਿੰਦੇ ਜਦੋਂ ਕੋਈ ਕੰਮ ਕਰਦਾ ਤਾਂ ਮੈਂ ਕੀਤਾ ਕਹੀ ਜਾਂਦਾ, ਤੇ ਆਪਾਂ ਕਹਿੰਦੇ ਬੇਟਾ ਤੂੰ ਆਪਣੇ ਆਪ ਨੂੰ ਗਾਈ ਜਾਣਾ, ਰੱਬ ਨੂੰ ਗਾ ਲਿਆ ਕਰ ਕਦੇ। ਮੈਂ ਕੀਤਾ ਕਹੀ ਜਾਣਾ। ਕਹਿੰਦੇ ਮੇਰੀ ਕਰਤੇ ਜਨਮ ਗਇਓ, ਕਈ ਜਨਮਾਂ ਤੋਂ ਤੂੰ ਮੈਂ ਕਰੀ ਜਾਣਾ ਹੈ। ਤੂੰ ਕਰਨਾ ਸਿੱਖ ਲੈ, ਰਸਨਾ ਜਪਤੀ ਹੈ ਨਾ। ਤੂੰ ਤਾਂ ਕਰਨਾ ਸਿੱਖਿਆ ਨਹੀਂ ਕਬੀਰ, ਤੂੰ ਕਰਤਾ ਤू हुआ मुझ में रहा ना हूं। जब आपा पर का मिट गया जत देखा तत तू। पहला दो तू टिप्पी ला के बोले, दो तू असी बिना टिप्पी तो बोले। याद रखो आप अज तो बिना टिप्पियां तो भी टिप्पी लाई जाने, आनंद सुनो पढ़ भाग्य आनंद सुनो पढ़ी जाने। ध्यान रखना, ਉਹਦੇ ਬਾਰੇ ਬੋਲਾਂਗੇ ਆਪਾਂ, ਵਿਚਾਰਾਂਗੇ। ਜਿੱਥੇ ਟਿੱਪੀ ਲਾਈ ਹੈ ਉਹਨੂੰ ਟਿੱਪੀ ਲਾ ਕੇ ਪੜ੍ਹਨਾ, ਜਿੱਥੇ ਬਿੰਦੀ ਲੱਗੀ ਹੈ ਬਿੰਦੀ ਲਾ ਕੇ ਪੜ੍ਹਨਾ। ਆਪਣੇ ਵੱਲੋਂ ਕੋਈ ਲੱਗ ਮਾਤਰ ਨਹੀਂ ਲਾਉਣੀ। ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਬਾਣੀ। ਸੋ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਸਮਝੀਏ ਅੱਜ ਆਪਾਂ ਕਿ ਜਿਹੜੇ ਰੱਬ ਆਪਣੇ ਵਿੱਚ ਵਸਦੇ ਨੇ ਉਹ ਨਾਨਕ ਪਾਤਸ਼ਾਹ ਵਿੱਚ ਵੀ ਵਸਦੇ ਸੀ। ਅਸੀਂ ਉਹਨਾਂ ਨੂੰ ਤੂੰ ਕਹਿ ਰਹੇ। ਕੀ ਕਹਿ ਰਹੇ ਹਾਂ? ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਹੀਂ ਚਲ ਕਰਤਾ ਸੋਈ। ਜੁਗਾਂ ਜੁਗਾਂ ਤੋਂ ਇਹੀ ਰੱਬ ਇਸ ਤਰ੍ਹਾਂ ਹੀ ਬੰਦੇ ਵਿੱਚ ਰਹਿੰਦਾ ਰਿਹਾ, ਇਸ ਤਰ੍ਹਾਂ ਹੀ ਬੰਦੇ ਵਿੱਚੋਂ ਬੋਲਦਾ ਰਿਹਾ। ਤੇ ਜਿਹੜੇ ਬੰਦੇ ਰੱਬ ਨਾਲ ਮਿਲ ਕੇ ਆਪਣੇ ਆਪ ਨੂੰ ਮਿਟਾ ਗਏ ਉਹ ਭਗਤ ਬਣੇ। ਉਹਨਾਂ ਨੇ ਆਪਣੇ ਆਪ ਨੂੰ ਨਹੀਂ ਜਨਾਇਆ। ਭਗਤ ਕਰੇ ਮੂਰਖ ਆਪ ਜਨਾਵੇ, ਨੱਚ ਨੱਚ ਟੱਪੇ ਬਹੁਤ ਦੁੱਖ ਪਾਵੇ। ਜਿਹੜਾ ਬੰਦਾ ਭਗਤੀ ਦੇ ਬਹਾਨੇ ਭਗਤੀ ਕਰਦਾ ਹੈ ਤੇ ਆਪਣੇ ਆਪ ਨੂੰ ਜਨਾਈ ਜਾਵੇ, ਮੈਂ ਕੀਤਾ ਜੀ, ਮੈਂ ਪਾਠ ਕੀਤਾ ਜੀ, ਮੈਂ ਬੋਲਿਆ ਜੀ, ਮੈਂ ਕਰਕੇ ਆਇਆ ਜੀ, ਮੈਂ ਬਣਾਇਆ ਜੀ, ਮਹਾਰਾਜ ਕਹਿੰਦੇ ਉਹ ਨੱਚ ਨੱਚ ਟੱਪ ਕੇ ਦੁਖੀ ਪਾਊਗਾ। ਆਖੋ ਸਤਨਾਮ। ਧਿਆਨ, ਉਹ ਦੁਖੀ रहेगा। जब लग जाने मुझते कछ होए तब इसको सुख नाही कोई। जब यह जाने मैं कुछ करता तब लग गर्भ जोन में फिरता। आखो सतनाम। महाराज ने भुलेखे लाहे ने। सो सच करके जानो। राम का अर्थ रमिया होया करो। प्रभ का अर्थ परमेश्वर जो भौतिक तत्व विच वसदा है, शरीर विच वसदा है, वो अर्थ करो। ते जदों हर कहो ऐसा रब हरेक विच वसदा जानो। आखो सतनाम। 10 इन्हां शब्दां दे तुहानूं दर्शन कराउंदा थोड़ा जे, तां कि साडे मन दे भुलेखे उतरन ते बाणी पढ़दे होए असीं आप रब नाल जुड़ सकीए। जिहड़ा रब साडे विच वसदा है ते ओही सब दे विच वसदा है। जिहनूं सब गा रहे ने ਉਹ ਉਸੇ ਨੂੰ ਆਪਣੇ ਅੰਦਰ ਗਾ ਰਹੇ ਨੇ ਜਿਹਨੂੰ ਆਪਾਂ ਹੁਣ ਐਸ ਵੇਲੇ ਗਾ ਰਹੇ। ਧਿਆਨ ਰੱਖਣਾ, ਅੱਗੇ ਆਉਣ ਵਾਲੇ ਬੱਚੇ ਵੀ ਇਸੇ ਰੱਬ ਨੂੰ ਗਾਉਣਗੇ। ਧਿਆਨ ਰੱਖਣਾ, ਜੇ ਇਹ ਅਰਥ ਤੁਸੀਂ ਕਰਕੇ ਜੀਵਨ ਚੱਲੋਗੇ। ਸੱਚੇ ਪਾਤਸ਼ਾਹ ਜੀ ਦੇ ਸ਼ਬਦ ਸਮਝਿਓ। ਪਰਮੇਸ਼ਰ ਜਿਹੜਾ ਭੌਤਿਕ ਤੱਤ ਵਿੱਚ ਵਸਦਾ ਹੈ, ਸਰੀਰ ਵਿੱਚ ਵਸਦਾ ਹੈ, ਸਭ ਦੇ ਵਿੱਚ ਵਸਦੇ ਨੇ। ਉਸ ਪ੍ਰਭ ਦੀ ਬੰਦਗੀ ਕਰਨੀ ਭਾਈ। ਆਖੋ ਸਤਨਾਮ। ਸੋ ਸੱਚੇ ਪਾਤਸ਼ਾਹ ਦਾ ਸ਼ਬਦ ਦੇਖਿਓ, ਆ ਕੁਛ ਲਗਾ ਮਾਤਰਾ ਨੇ ਜਿਹਦਾ ਕਿਸੇ ਵੀ ਗ੍ਰੰਥ ਵਿੱਚ ਨਹੀਂ ਜ਼ਿਕਰ ਕੀਤਾ ਹੈ। ਉਹਨਾਂ ਨੇ ਗ੍ਰਾਮਰ ਬਣਾਤੀ ਇਹਦੀ। ਇੱਕ ਵਚਨ ਬਹੁਵਚਨ ਬਣਾਤਾ। ਇੱਕ ਵਚਨ ਬਹੁਵਚਨ ਨਹੀਂ ਹਨ। ਇਹ ਅਵਸਥਾਵਾਂ ਦੇ ਸ਼ਬਦ ਨੇ। ਪ੍ਰਭ ਦਾ ਅਰਥ ਹੈ ਪਰਮੇਸ਼ਰ ਜੋ ਭੌਤਿਕ ਤੱਤ ਵਿੱਚ ਵਸਦਾ ਹੈ,
ਉੱਥੇ ਔਂਕੜ ਲਾਇਆ ਤੇ ਧਿਆਨ ਦਿਓ। ਦੇਖੋ ਰਸਤੇ 'ਚ ਔਂਕੜ ਲੱਗਦੇ ਨੇ ਨਾ, ਯਾਨੀ ਸਪੀਡ ਬ੍ਰੇਕਰ ਲਾ ਦਿੰਦੇ ਨੇ ਨਾ। ਕਿਉਂ ਲਾਉਂਦੇ ਨੇ? ਕਿ ਭਾਈ ਤੁਸੀਂ ਗੱਡੀ ਬੇਸ਼ੱਕ ਧਿਆਨ ਨਾਲ ਚਲਾਉਂਦੇ ਆਉਂਦੇ ਹੋ, ਧਿਆਨ ਨਾਲ ਚੱਲਿਓ। ਇੱਥੇ ਸਕੂਲ ਹੈ, ਇੱਥੇ ਬਜ਼ੁਰਗਾਂ ਨੇ ਨਿਕਲਣਾ, ਬੱਚੇ ਨੇ ਖੇਡਦੇ ਨੇ, ਉੱਥੇ ਔਂਕੜ ਲਾ ਦਿੰਦੇ ਨੇ। ਕੀ ਲਾ ਦਿੰਦੇ ਨੇ? ਔਂਕੜ। ਇੱਥੇ ਔਂਕੜ ਲਾਇਆ। ਔਂਕੜ ਦਾ ਅਰਥ ਹੈ ਕਿ ਧਿਆਨ ਨਾਲ ਪ੍ਰਭ ਦਾ ਧਿਆਨ ਰੱਖਿਓ, ਜਿਹੜਾ ਪ੍ਰਭ ਸ਼ਬਦ ਵਰਤਿਆ ਤੁਸੀਂ। ਤੇ ਫਿਰ ਜਿੱਥੇ ਸਿਹਾਰੀ ਲੱਗੀ ਹੈ, ਉਹਦਾ ਅਰਥ ਹੈ ਕਿ ਇਤਨਾ ਧਿਆਨ ਰੱਖਿਓ ਕਿ ਆਪਣੇ ਅੰਦਰ ਉਹ ਧਿਆਨ ਵਸ ਜਾਏ। ਸਿਹਾਰੀ ਲੱਗੀ ਹੈ ਉੱਥੇ। ਜਿਹੜੀ ਗੱਲ ਤੁਸੀਂ ਧਿਆਨ ਦਿੰਦੇ ਹੋ ਉਹ ਮਨ 'ਚ ਵਸੇ, ਉਦੋਂ ਤੱਕ ਧਿਆਨ ਦਿਓ। ਜਿਵੇਂ ਪਹਾੜੇ ਯਾਦ ਕਰਦੇ ਸੀ ਨਾ ਆਪਾਂ, ਤੇ ਟੀਚਰ ਕਹਿੰਦੀ ਸੀ ਬੇਟਾ ਪਹਾੜਾ ਸੁਣਾ, ਤੇ ਅਸੀਂ ਭੁੱਲ ਜਾਂਦੇ ਸੀ, ਕਹਿੰਦੇ ਫੇਰ ਯਾਦ ਕਰਕੇ ਆ। ਧਿਆਨ ਰੱਖ। ਐਵੇਂ ਜ਼ਿਕਰ ਉਦੋਂ ਤੱਕ ਯਾਦ ਕਰੋ ਜਦੋਂ ਤੱਕ ਅੰਦਰ ਨਾ ਵਸ ਜਾਏ। ਉੱਥੇ ਸਿਹਾਰੀਆਂ ਲੱਗੀਆਂ ਹੋਈਆਂ ਨੇ, ਧਿਆਨ ਰੱਖਣਾ। ਫਿਰ ਦੁਲੰਕੜ ਲੱਗੇ ਹੋਏ ਨੇ। ਉਹਦਾ ਅਰਥ ਹੈ ਕਿ ਜਿਹਨੂੰ ਤੁਸੀਂ ਧਿਆਨ ਦਿੰਦੇ ਸੀ ਉਹ ਅੰਕੜ ਹੁਣ ਦੁਲੰਕੜ ਬਣ ਗਏ। ਉਹ ਧਿਆਨ ਤੁਹਾਡਾ ਬਣ ਗਿਆ ਹੁਣ। ਆਖੋ ਸਤਨਾਮ। ਉਹ ਤੁਹਾਡਾ ਜੀਵਨ ਵਿੱਚ ਇਸ ਭੂਮੀ ਵਿੱਚ ਪਰਮੇਸ਼ਰ ਪ੍ਰਗਟ ਹੋ ਗਿਆ। ਉਹਨੂੰ ਪ੍ਰਭੂ ਕਹਿੰਦੇ ਆ। ਪ੍ਰਭੂ ਇਹ ਜਿਹੜਾ ਧਰਤ ਹੈ ਨਾ, ਸਰੀਰ, ਇਹ ਧਰਤੀ ਹੈ। ਧਰਤੀ ਧਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਓ। ਇਸ ਸਰੀਰ ਦੇ ਵਿੱਚ ਰੱਬ ਪ੍ਰਗਟ ਹੋਵੇ। ਆਪਣਾ ਜਿਉਂਦਿਆਂ ਜੀ ਸਭ ਬੰਦਿਆਂ ਨੇ ਰੱਬ ਵਰਗਾ ਹੋਣਾ। ਮਰਨ ਤੋਂ ਬਾਅਦ, ਸਰੀਰ ਛੱਡਣ ਤੋਂ ਬਾਅਦ ਰੱਬ ਨਹੀਂ ਮਿਲਣਾ, ਫਿਰ ਭਟਕਣਾ ਮਿਲਣੀ ਹੈ। ਧਿਆਨ ਰੱਖਣਾ। ਮਹਾਰਾਜ ਕਹਿੰਦੇ ਬੈਣੀ ਕਹੇ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਮਰਨ ਤੋਂ ਬਾਅਦ ਮੁਕਤੀ ਥੋੜੀ ਮਿਲਣੀ ਹੈ। ਇੱਥੇ ਜਿਉਂਦੇ ਮੁਕਤ ਹੋਣਾ ਹੈ। ਆਖੋ ਸਤਨਾਮ। ਇੱਥੇ ਜਿਉਂਦੇ ਆਪਣੇ ਮਨ ਨੂੰ ਮਾਰਨਾ। ਤਨ ਦੇ ਮਰਨ ਤੋਂ ਪਹਿਲਾਂ ਤਨ ਮਰ ਜਾਂਦਾ, ਰੋਗੀ ਹੋ ਕੇ ਮਰ ਜਾਂਦਾ, ਮਨ ਮਰਦਾ ਨਹੀਂ। ਮਨ ਮੈਂ ਕਰਦਾ ਰਹਿੰਦਾ, ਤੇ ਫਿਰ ਉਹ ਮਨ ਭਟਕਦਾ ਹੈ। ਮਨ ਮੁੱਖਾਂ ਨੂੰ ਫਿਰ ਜਨਮ ਹੈ ਨਾ। ਮਹਾਰਾਜ ਨੇ ਲਿਖਿਆ ਨਾ ਜਨਮ ਹੈ, ਉਹਦਾ ਮਤਲਬ ਹੈ। ਕਹਿੰਦੇ ਮਨਮੁਖ ਆਵੇ ਮਨਮੁਖ ਜਾਵੇ, ਮਨਮੁਖ ਫਿਰ ਚੋਟਾਂ ਖਾਵੇ, ਜਿਤਨੇ ਨਰਕ ਸੇ ਮਨਮੁਖ ਭੋਗੇ, ਗੁਰਮੁਖ ਲੇਪ ਨਾ ਮਾਸਾ ਹੈ। ਸੋ ਸਤ ਕਰਕੇ ਜਾਣਿਓ, ਜੇ ਮੇਰਾ ਮਨ ਵੱਲ ਮੁਖ ਰੱਖ ਕੇ ਚੱਲੇਗਾ, ਗੁਰੂ ਦੇ ਗੁਰ ਵੱਲ ਮੁਖ ਰੱਖ ਕੇ ਨਹੀਂ ਚੱਲੇਗਾ, ਤੇ ਮੇਰਾ ਮਨ ਭਟਕੇਗਾ। ਇੱਥੇ ਦੋ ਹੀ ਰਾਸਤੇ ਨੇ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ। ਸੋ ਆਪਾਂ ਨੇ ਮਨ ਨੂੰ ਮਨ ਵੱਲ ਨਹੀਂ ਤੁਰਨ ਦੇਣਾ। ਮਨ ਦੀ ਮਤ ਤਿਆਗਣੀ ਹੈ। ਮਨ ਕੀ ਮਤ ਤਿਆਗੋ ਹਰ ਜਨ, ਹੁਕਮ ਬੂਝ ਸੁਖ ਪਾਈਏ ਰੇ। ਕਹਿੰਦੇ ਆਪਣੇ ਮਨ ਦੀ ਮਤ ਤਿਆਗੋ। ਜੋ ਇੱਥੇ ਪ੍ਰਕਾਸ਼ ਹੈ ਨਾ ਗੁਰੂ, ਉਸ ਦੀ ਗੁਰ ਦੀ ਮਤ ਲੈ ਲਿਓ। ਤਾਈਓ ਕਹਿੰਦੇ ਨੇ ਗੁਰ ਸਿੱਖ। ਕੀ ਕਹਿੰਦੇ ਨੇ? ਗੁਰ ਸਿੱਖ। ਗੁਰ ਸਿੱਖ ਦਾ ਅਰਥ ਹੈ ਜੋ ਗੁਰੂ ਗੁਰ ਦੇ ਰਹੇ ਨੇ। ਅਸੀਂ ਕਹਿੰਦੇ ਗੁਰੂ ਕੋਲ ਗਿਆ ਸੀ, ਗੁਰ ਲਿਆ, ਜੁਗਤ ਸਿੱਖੀ, ਉਹ ਢੰਗ ਸਿੱਖਿਆ। ਜਿਵੇਂ ਉਹ ਗੁਰੂ ਬੋਲਦਾ ਸੀ ਉਸ ਤਰ੍ਹਾਂ ਤੂੰ ਬੋਲ ਪਾਇਆ। ਜੋ ਗੁਰੂ ਉਸ ਢੰਗ ਨਾਲ ਸਾਨੂੰ ਸਿਖਾਉਂਦਾ ਸੀ ਕਿ ਤੂੰ ਐਂ ਬੋਲਣਾ। ਆ ਜਿਹੜੀ ਬਾਣੀ ਬੋਲੀ ਜਾਂਦੀ ਹੈ, ਇਹ ਸਾਰੇ ਪਾਤਸ਼ਾਹੀਆਂ ਨੇ, ਭਗਤਾਂ ਨੇ ਬੋਲੀ। ਪਰ ਬੋਲ ਕੇ ਜੇ ਕਹਿੰਦੇ ਨਾ ਮੈਂ ਬੋਲੀ, ਜਿਹਨੇ ਕਿਹਾ ਮੈਂ ਉਹੀ ਰੇ, ਮੈਂ ਉਹੀ ਰੇ, ਉਹਦੀ ਬਾਣੀ ਦਰਜ ਹੀ ਨਹੀਂ ਕੀਤੀ ਇੱਥੇ। ਆਖੋ ਸਤਨਾਮ। ਇੱਥੇ ਬਾਣੀ ਉਹਨਾਂ ਦੀ ਦਰਜ ਹੋਈ ਹੈ ਜਿਹੜੇ ਬੋਲ ਕੇ ਬੋਲੇ ਮੈਂ ਨਹੀਂ ਬੋਲਿਆ, ਤੈਂ ਬੁਲਾਇਆ। ਧਿਆਨ ਰੱਖਣਾ। ਨਾਨਕ ਸੱਚੇ ਪਾਤਸ਼ਾਹ ਦਾ ਸ਼ਬਦ ਸੁਣਿਓ। ਕਹਿੰਦੇ ਤੂੰ ਸੁਲਤਾਨ ਕਹਾਂ ਹਾਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇਹ ਸੋ ਕਹਾ ਸੁਆਮੀ। ਫਿਰ ਅੱਗੇ ਦੇਖੋ ਕੀ ਕਹਿੰਦੇ ਨੇ। ਕਹਿੰਦੇ ਮੈਂ ਮੂਰਖ ਕਹਿ ਨਾ ਜਾਈ। ਕੌਣ ਬੋਲ ਰਹੇ ਨੇ? ਸੱਚੇ ਪਾਤਸ਼ਾਹ ਨਾਨਕ ਪਾਤਸ਼ਾਹ। ਆਖੋ ਸਤਨਾਮ। ਹੈ ਨਾ। ਦੇਖੋ ਕਿੱਥੇ ਬੋਲ ਰਹੇ ਨੇ। ਸੋ ਸੱਚੇ ਪਾਤਸ਼ਾਹ ਜਿੱਥੇ ਬੋਲਦੇ ਨੇ ਨਾ, ਇਹ ਉਹਨਾਂ ਦੀ ਬਾਣੀ ਦਰਜ ਹੈ, ਘੱਟ ਬੈਠੇ ਰਾਬੀ ਦੀ। ਤਾਂ ਕਿ ਨਾਨਕ ਪਾਤਸ਼ਾਹ ਹੁਣ ਨਾਨਕ ਨਹੀਂ ਹਨ। ਨਾਨਕ ਪਾਤਸ਼ਾਹ ਮਿਟ ਗਏ। ਰੱਬ ਹੀ ਨਾਨਕ ਬਣ ਕੇ ਪ੍ਰਕਟ ਹੋਇਆ ਜਿਉਂਦਿਆਂ ਜੀ ਸਰੀਰ ਵਿੱਚ। ਆਖੋ ਸਤਨਾਮ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਦੁਨੀਆ ਨੇ ਬਾਬੇ ਨਾਨਕ ਨੂੰ ਰੱਬ ਵਰਗਾ ਦੇਖਿਆ। ਮਹਾਰਾਜ ਰੱਬ ਵਰਗੇ ਹੋ ਕੇ ਵਿਚਰੇ, ਆਪਣੇ ਆਪ ਨੂੰ ਜਨਾਇਆ ਨਹੀਂ, ਰੱਬ ਨੂੰ ਜਨਾਉਂਦੇ ਰਹੇ। ਆਖੋ ਸਤਨਾਮ। ਸੋ ਇਹ ਗੱਲ ਸਾਡੇ ਮਨ 'ਚ ਕਿਉਂ ਨਹੀਂ ਸਮਝ ਆ ਰਹੀ? ਸੋ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਦੇਖੋ ਗੁਰ ਤੋਂ
ਗੁਰ ਵੱਲ ਧਿਆਨ ਦੇਣਾ ਔਂਕੜ ਲੱਗਿਆ, ਗੁਰ ਨੂੰ ਅੰਦਰ ਵਸਾਉਣਾ ਤਾਂ ਕਿ ਗੁਰੂ ਦਾ ਰੂਪ ਹੋਵੇ। ਆਹ ਸ਼ਬਦਾਂ ਦੇ ਉੱਤੇ ਪਹਿਰਾ ਦੇਣਾ, ਧਿਆਨ ਰੱਖਣਾ। ਜਿਵੇਂ ਹੁਣ ਸਾਧ ਹੈ, ਸਭ ਨੇ ਸਾਧਨਾ ਕਰਨੀ ਹੈ, ਆਪਾਂ ਨੇ ਪ੍ਰੈਕਟਿਸ ਕਰਨੀ ਹੈ, ਸਾਧ ਸੰਗਤ ਕਰਨੀ ਹੈ, ਸਾਡੀ ਸੁਰਤ ਨੇ ਅਭਿਆਸ ਕਰਨਾ, ਜਿਹੜੀ ਗੱਲ ਸੁਣੀ ਹੈ ਉਹਨੂੰ ਸਾਧਨਾ ਹੈ, ਸਾਧਨਾ ਵੱਲ ਧਿਆਨ ਰੱਖਣਾ ਹੈ, ਸਾਧਨਾ ਕਰਦੇ ਹੋਏ ਅੰਦਰ ਵਸਾਉਣੀ ਹੈ ਸਾਧਨਾ, ਤਾਂ ਕਿ ਸਾਧੂ ਬਣ ਜਾਈਏ। ਕੀ ਬਣ ਜਾਈਏ? ਪ੍ਰੈਕਟੀਸ਼ਨਰ ਬਣ ਜਾਈਏ। ਧਿਆਨ ਰੱਖਣਾ। ਆਏ ਮਹਾਰਾਜ ਦੇ ਸ਼ਬਦ ਆਉਣਗੇ ਬਾਣੀ ਦੇ ਵਿੱਚ, ਧਿਆਨ ਰੱਖਿਓ ਜੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹਨਾਂ ਸ਼ਬਦਾਂ ਦੇ ਹੁਣ ਆਪਾਂ ਧਿਆਨ ਦਿਵਾ ਰਹੇ ਹਾਂ ਬਾਣੀ ਦੇ, ਕਿ ਪ੍ਰਭ ਤੇ ਹਰ, ਕਹਿੰਦੇ ਹਰ ਮਿਲਣੇ ਨੂੰ ਮਨ ਲੋਚਦਾ। ਹੁਣ ਦੇਖੋ ਸਾਡਾ ਮਨ ਕਿੱਥੇ ਲੋਚਣਾ? ਆਸਾ ਕੀ ਵਾਰ ਇੱਥੋਂ ਸ਼ੁਰੂ ਹੁੰਦੀ ਹੈ, ਹਰ ਅੰਮ੍ਰਿਤ ਭਿੰਨੇ, ਫਿਰ ਖਤਮ ਕਿੱਥੇ ਹੁੰਦੀ ਹੈ? ਜਨ ਨਾਨਕ ਐਸਾ ਹਰ ਸੇਵਿਆ ਅੰਤ। ਛੰਤ ਜਿਹੜੇ ਸ਼ੁਰੂ ਤੇ ਆਰੰਭ ਖਤਮ ਹੁੰਦੇ ਨੇ, ਹਰ ਤੋਂ ਸ਼ੁਰੂ ਹੁੰਦੇ ਨੇ, ਹਰ ਤੋਂ ਖਤਮ ਹੁੰਦੇ ਨੇ, ਤੇ ਵਿੱਚ ਵਿਚਾਲੇ ਆਉਣਗੇ। ਕਹਿੰਦੇ ਦੀਨ ਦਿਆਲ ਸੁਣ ਬੇਨਤੀ, ਹਰ ਪ੍ਰਭ ਹਰ ਰਾਇਆ ਰਾਮ ਰਾਜੇ। ਦੇਖੋ ਕਿੰਨੇ ਸ਼ਬਦ ਆ ਗਏ, ਹੈ ਨਾ। ਹੁਣ ਇਹਨਾਂ ਦੇ ਅਰਥ ਕੀ ਕਰਤੇ ਆਪਾਂ ਨੇ? ਇਹਨਾਂ ਦੇ ਅਰਥ ਕਰਨੇ ਹੋਣੇ ਚਾਹੀਦੇ ਨੇ ਨਾ। ਸੋ ਅਸੀਂ ਅਰਥ ਕਰੇ ਬਿਨਾਂ ਸ਼ਬਦ ਪੋੜਦੇ, ਧਿਆਨ ਰੱਖਣਾ। ਇੱਕੋ ਹੀ ਅਰਥ ਜੋ ਮਨ ਚ ਆਉਂਦਾ ਬੋਲੀ ਜਾ ਰਹੇ, ਬਲੈਂਕਟ ਅਰਥ ਕਰੀ ਜਾ ਰਹੇ। ਇਹਨਾਂ ਦੇ ਸਪੈਸੀਫਿਕ ਅਰਥ ਨੇ ਕਿ ਜੀਵਨ ਵਿੱਚ ਹਰੇਕ ਵਿੱਚ ਵਸਦੇ ਰੱਬ, ਰਮੇ ਹੋਏ ਰਾਮ ਦੇ ਸਿੱਖ ਨੇ ਦਰਸ਼ਨ ਪਾਉਣੇ ਨੇ। ਜਿਹੜਾ ਰੱਬ ਉਹਦੇ ਵਿੱਚ ਵਸਦਾ, ਹਰੇਕ ਵਿੱਚ ਵਸਦਾ। ਜਦੋਂ ਇਹ ਬੰਦਾ ਕੰਮ ਕਰੇ ਤੇ ਕਰਕੇ ਕਹੇ ਮੇਰੇ ਮਾਲਕ ਤੂੰ ਕਰਾਉਣਾ, ਤੇ ਜਦੋਂ ਮਾਤਾ ਪਿਤਾ ਭੈਣ ਭਾਈ ਸਾਕ ਸੰਬੰਧੀ ਦੋਸਤ ਮਿੱਤਰ ਕੰਮ ਕਰਨ ਤੇ ਕੀ ਕਹੇ ਕਿ ਤੁਝ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਇਹ ਕਹਿਣਾ ਨਾ, ਇਹੀ ਕਹਿਣਾ ਸੀ ਨਾ ਕਿ ਤੁਸੀਂ ਨਹੀਂ ਕੀਤਾ ਜੀ, ਤਾਂ ਰੱਬ ਨੇ ਕਰਾਇਆ, ਇਹੀ ਕਹੋਗੇ ਨਾ। ਜੇ ਮੇਰਾ ਪਿਤਾ ਕਹੇ ਤੇ ਮੈਂ ਕੀਤਾ, ਤਾਂ ਮੈਂ ਕਹੂੰਗਾ ਜਿਵੇਂ ਹਰਨਾਕਸ਼ ਨੂੰ ਪ੍ਰਹਿਲਾਦ ਕਹਿੰਦਾ ਰਿਹਾ, ਪਿਤਾ ਕਹਿੰਦਾ ਸੀ ਹਰਨਾਕਸ਼ ਮੈਂ ਕੀਤਾ, ਮੈਂ ਰੱਬ ਹਾਂ, ਮੈਂ ਦਿੱਤਾ ਤੁਹਾਨੂੰ ਵੱਡਾ ਕੁਛ, ਸਭ ਕੁਛ, ਮੈਨੂੰ ਰੱਬ ਕਹੋ। ਤੇ ਪ੍ਰਹਿਲਾਦ ਕਹਿੰਦਾ ਤੁਸੀਂ ਰੱਬ ਨਹੀਂ, ਆਖੋ ਸਤਨਾਮ, ਹੈ ਨਾ। ਰੱਬ ਤੁਹਾਡੇ ਤੋਂ ਕਰਾ ਰਿਹਾ, ਤੁਹਾਡੇ ਵਿੱਚ ਵਸਦਾ ਹੈ, ਉਹ ਮੇਰੇ 'ਚ ਵੀ ਵਸਦਾ ਹੈ। ਉਹ ਛੋਟੇ ਜਿਹੇ ਬੱਚੇ ਨੂੰ ਸੋਝੀ ਹੈ, ਜਿਹਨੇ ਕੋਈ ਗਾਇਤਰੀ ਤਰਪਣ ਨਹੀਂ ਪੜ੍ਹਿਆ। ਧਿਆਨ ਰੱਖਣਾ। ਮਹਾਰਾਜ ਕਹਿੰਦੇ ਉਹ ਪ੍ਰਹਿਲਾਦ ਛੋਟੀ ਜਿਹੀ ਉਮਰ ਵਿੱਚ ਪਿਤਾ ਨੂੰ ਸਮਝਾ ਰਿਹਾ ਹੈ, ਪਰ ਉਹਨੂੰ ਸਮਝ ਨਹੀਂ ਆ ਰਹੀ। ਮਹਾਰਾਜ ਕਹਿੰਦੇ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾ। ਕਹਿੰਦੇ ਉਹ ਰੱਬ ਜਿਹੜਾ ਹਰੇਕ ਵਿੱਚ ਵਸਦਾ ਸੀ, ਉਹ ਧਿਆਨ ਨਹੀਂ ਆ ਰਿਹਾ ਉਸ ਨੂੰ। ਜਹ ਜਹ ਪੇਖੋ ਤਹ ਹਜੂਰ, ਦੂਰ ਕਤੋਂ ਨਾ ਜਾਈ। ਰੱਬ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ। ਐ ਮੇਰੇ ਮਨ, ਇਹਨਾਂ ਸ਼ਬਦਾਂ ਦਾ ਧਿਆਨ ਰੱਖਿਓ। ਆਹ ਦੇਖੋ ਇੱਥੇ ਪ੍ਰਭ ਸ਼ਬਦ ਆਇਆ, ਵਨ ਤ੍ਰਿਣ ਤਿੰਨ ਪ੍ਰਵਨ, ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ। ਕਹਿੰਦੇ ਸਮਰੱਥ, ਕਹਿੰਦੇ ਜਿਹੜਾ ਸਮਰੱਥ ਹੈ ਨਾ ਆਪਣੇ ਵਿੱਚ, ਉਹ ਪੁਰਖ ਸਾਡੇ ਵਿੱਚ ਵਸਦਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ। ਮਹਾਰਾਜ ਕਹਿੰਦੇ ਉਹ ਜਿਹੜਾ ਪੁਰਖ ਹੈ ਨਾ, ਸਭ ਦੇ ਵਿੱਚ ਵਸਦਾ ਹੈ, ਸਭ ਦੇ ਵਿੱਚ। ਇਹ ਪੁਰਖ ਤੋਂ ਆਈ ਹੋਈ ਬਾਣੀ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ। ਸੋ ਸਤ ਕਰਕੇ ਜਾਣਿਓ, ਇਹਨਾਂ ਸ਼ਬਦਾਂ ਦਾ ਪ੍ਰਭ ਦਾ ਅਰਥ ਹੈ ਪਰਮੇਸ਼ਰ ਜੋ ਭੌਤਿਕ ਤੱਤ ਵਿੱਚ ਵਸਦਾ ਹੈ। ਹਰ ਦਾ ਅਰਥ ਹੈ ਜੋ ਹਰੇਕ ਵਿੱਚ ਵਸਦਾ ਹੈ, ਤੇ ਰਮੇ ਹੋਏ ਰਾਮ ਦੀ ਬੰਦਗੀ ਕਰਨੀ। ਤੇ ਕਰਮ ਮਿਲਾਏਗਾ। ਕਰਮ, ਕਰਮ ਦਾ ਅਰਥ ਹੈ ਕਿ ਜਿਸ ਵੇਲੇ ਆਪਾਂ ਕਰਮ ਕਰਾਂਗੇ ਤੇ ਦੂਜਾ ਕਰਮ ਕਰੇਗਾ, ਤੇ ਸਾਡੇ ਮਨ ਨੂੰ ਮਿਲਾਏਗਾ। ਮਨ ਕਹੇਗਾ ਬਾਣੀ ਰਾਹੀਂ ਇਹ ਮਾਰਗ ਤੂੰ ਕਰਾ ਰਿਹਾ, ਤੇ ਕਰ ਵੀ ਤੂੰ ਰਿਹਾ। ਆਖੋ ਸਤਨਾਮ। ਨਹੀਂ ਤਾਂ ਕਰਮ ਨੇ ਕਰਮ ਨਹੀਂ ਹੋਏਗਾ। ਕਰਮ ਦੇ ਬੰਧਨ 'ਚ ਹੀ ਬੰਦਾ ਆਉਂਦਾ ਜਾਂਦਾ ਰਹਿੰਦਾ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਧਿਆਨ ਰੱਖਣਾ, ਕਰਮ ਬੰਧਨ ਬਣ ਜਾਂਦਾ ਹੈ। ਜਦੋਂ ਕਰਮ ਜੀਵਨ ਵਿੱਚ ਘੱਟ ਬੈਠੇ, ਰੱਬ ਦਾ ਕਰਮ ਨਾ ਕਰਕੇ ਮਨ ਨੂੰ ਜਾਗਰਤ ਹੋਵੇ, ਕਰਮ ਨੂੰ ਸਿਹਾਰੀ ਲੱਗੀ ਹੈ ਨਾ ਜੀ, ਉਹਦਾ ਇੱਥੇ ਕਰਮ ਕਰਦਿਆਂ ਹੋਇਆ ਮਨ ਕਹਿ ਸਕੇ ਮਾਲਕ ਕਿ ਤੇਰਾ ਕੀਤਾ ਹੋਇਆ ਸਭ ਕੁਛ ਕੀਤਾ, ਤੇਰਾ ਹੋਵੇ ਨਾਹੀਂ ਕਿਛ ਸਾੜਾ ਜੀਓ। ਤੇ ਸਮਝੋ ਸਾਡਾ ਰੱਬ ਨਾਲ ਮੇਲ ਹੋ ਗਿਆ। ਆਖੋ ਸਤਨਾਮ। ਸੋ ਆਓ ਇਹਨਾਂ ਤਿੰਨਾਂ ਸ਼ਬਦਾਂ ਦੇ ਅਰਥ ਰੱਖ ਕੇ ਫਿਰ ਇੱਕ ਵਾਰ ਸ਼ਬਦ ਨੂੰ ਗਾਵਾਂਗੇ, ਤੇ ਨਾਲ ਦੀ ਨਾਲ ਆਪਾਂ ਸਮਾਪਤੀ ਕਰਾਂਗੇ। ਪੜ੍ਹੋ ਜਰਾ ਪਿਆਰ ਨਾਲ ਜੀ। ਹਰ ਮਿਲਣੇ ਨੂੰ ਮਨ ਲੋਚਦਾ, ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ, ਕਰਮ ਮਿਲਾਵਣ ਹਾਰ,
ਮਨ ਲੋਚਦਾ ਹਰ ਮਿਲਣ ਨੂੰ ਮਨ ਲੋਚਦਾ ਸਾਵਣ ਸਰਸੀ ਕਾਮਣੀ ਇਸ ਸਾਵਣ ਦਾ ਮਹੀਨਾ ਇੱਕ ਕਾਮਣੀ ਜੀਵ ਰੂਪੀ ਇਸਤਰੀ ਕਹਿੰਦੇ ਚਰਨ ਕਮਲ ਸਿਉ ਪਿਆਰ। ਚਰਨ ਕਹਿੰਦੇ ਨੇ ਸ਼ਬਦ ਨੂੰ, ਜੋ ਕਮਲ ਸਰੂਪ ਚਿੱਕੜ ਤੋਂ ਗੰਦਗੀ ਤੋਂ ਬਾਹਰ ਨਿਕਲ ਕੇ ਉੱਪਰ ਉੱਠਦਾ ਖਿੜਦਾ। ਕਹਿੰਦੇ ਆਏ ਇਹ ਸ਼ਬਦ ਜੀਵਨ ਨੂੰ ਮਹਾਰਾਜ ਕਹਿੰਦੇ ਸੁਰਤ ਨੂੰ ਕਹਿੰਦੇ ਬਾਹਰ ਮਾਤ ਲੋਕ ਤੋਂ ਇਸ ਮਾਇਆ ਦੇ ਬੰਧਨ ਤੋਂ ਬਾਹਰ ਕੱਢ ਕੇ ਰੱਬ ਦੇ ਚਰਨਾਂ ਤੱਕ ਖੇੜਾ ਦਿੰਦੀ ਹੈ। ਕਹਿੰਦੇ ਇਹਦੇ ਨਾਲ ਪਿਆਰ ਰੱਖਿਓ, ਸ਼ਬਦ ਨੂੰ ਛੱਡਿਓ ਨਾ, ਸ਼ਬਦ ਨੂੰ ਸੁਰਤ ਦਿਓ। ਇਹ ਸ਼ਬਦ ਨੇ ਸਾਨੂੰ ਮਹਾਰਾਜ ਕਹਿੰਦੇ ਸ਼ਬਦ ਨੂੰ ਚਰਨ ਜਾਣਨਾ ਤੇ ਇਹ ਕਮਲ ਰੂਪ ਹੈ। ਆਖੋ ਸਤਨਾਮ। ਯਾਨੀ ਸਾਡੀ ਜੀਵਨ ਦੀ ਅਵਸਥਾ ਪੱਥਰ ਵਰਗੀ ਹੋਈ ਹੋਈ ਹੈ। ਇਹ ਪੱਥਰ ਤੋਂ ਢਹਿਲਾ ਹੋਵੇ ਤੇ ਖਿੜੇ ਤੇ ਰੱਬ ਦੇ ਘਰੇ ਜਾ ਕੇ ਖਿੜੇ ਸੁਰਤ। ਆਖੋ ਸਤਨਾਮ। ਪੜੋ ਜਰਾ ਪਿਆਰ ਨਾਲ ਜੀ। ਸਾਵਣ ਸਰਸੀ ਕਾਮਣੀ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸੱਚ ਰੰਗ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਇੱਕੋ ਨਾਮ ਆਧਾਰ। ਆਏ ਮਨ ਤੇ ਤਨ ਸੱਚ ਨਾਲ ਰਤਿਆ ਰਹੇ। ਇਹ ਸੱਚ ਹੈ ਕਿ ਰੱਬ ਨੇ ਹੀ ਸ੍ਰਿਸ਼ਟੀ ਬਣਾਈ ਹੈ, ਰੱਬ ਹੀ ਸ੍ਰਿਸ਼ਟੀ ਵਿੱਚ ਵਰਤਦਾ ਹੈ, ਰੱਬ ਦਾ ਹੀ ਕੀਤਾ ਹੁੰਦਾ ਹੈ, ਬੰਦੇ ਦਾ ਕੀਤਾ ਨਹੀਂ। ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ ਜਿਸ ਕੈ ਦਿਏ ਰਹੇ ਅਗਾਏ ਬਹੁ ਨ ਤ੍ਰਿਸ਼ਨਾ ਲਾਗੇ ਆਏ ਮਾਰੇ ਰਾਖੈ ਏਕੋ ਆਪ ਮਾਨੁਖ ਕੈ ਕਿਛ ਨਹੀਂ ਹਾਂ ਤਿਸ ਕਾ ਹੁਕਮ ਬੂ ਸੁਖ ਹੋਏ ਤਿਸ ਕਾ ਨਾਮ ਰੱਖ ਕੰਠਪੁਰ। ਜਦੋਂ ਜ਼ਿਕਰ ਕਰੋ ਮਨੁੱਖ ਦਾ ਨਾਮ ਨਾ ਜ਼ਿਕਰ ਕਰੋ, ਰੱਬ ਦਾ ਨਾਮ ਜ਼ਿਕਰ ਕਰੋ। ਰੱਬ ਦਾ ਜ਼ਿਕਰ ਕਰੋ। ਅਸੀਂ ਆਪਣਾ ਜ਼ਿਕਰ ਕਰਦੇ ਹਾਂ, ਧਿਆਨ ਰੱਖਣਾ। ਆਪਣਾ ਨਾਮ ਰੱਬ ਦਾ ਨਾਮ ਹੋ ਜਾਏ। ਕਬੀਰਾ ਤੂੰ ਹੀ ਕਬੀਰ ਤੂੰ, ਤੇਰੋ ਨਾਉ ਕਬੀਰ। ਧਿਆਨ ਰੱਖਣਾ। ਆਪਣਾ ਆਪ ਦਾ ਜ਼ਿਕਰ ਨਹੀਂ ਕਰਨਾ। ਜੋ ਕੁਝ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ, ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੇ। ਕੋਈ ਕੰਮ ਕਰਕੇ ਆਪਣਾ ਜ਼ਿਕਰ ਨਹੀਂ ਕਰਨਾ ਜੀ। ਸੋ ਮਹਾਰਾਜ ਕਹਿੰਦੇ ਆਏ ਇੱਕ ਰੱਬ ਦਾ ਨਾਮ ਜੀਵਨ ਦਾ ਆਧਾਰ ਬਣ ਜਾਏ। ਪੜੋ ਜਰਾ ਪਿਆਰ ਨਾਲ ਜੀ। ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾਇਆ ਦਿਸਨ ਸਭੇ ਛਾਰ। ਆ ਜੋ ਦੁਨੀਆ ਦਿਖ ਰਹੀ ਹੈ ਇਹ ਸਭ ਛਾਰ ਹੋ ਜਾਣੀ ਹੈ। ਇਸ ਦੁਨੀਆ ਦੇ ਬਣਾਉਣ ਵਾਲਾ ਜੋ ਕਰਤਾ ਹੈ ਇਸ ਦੁਨੀਆ ਦੇ ਵਿੱਚ ਵਸਦਾ ਹੈ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਵੈਸਣ। ਜੇ ਸੋਨੀ ਸੰਸਾਰ ਵਿੱਚ ਵਿਚਰਨਾ ਹੈ ਕਹਿੰਦੇ ਘੱਟ ਬੈਠੇ ਰੱਬ ਦੇ ਨਾਲ ਜੁੜ ਕੇ ਵਿਚਰਨਾ, ਦੁਨੀਆ ਨਾਲ ਜੁੜ ਕੇ ਨਹੀਂ ਵਿਚਰਨਾ। ਦੁਨੀਆ ਦੀ ਉਸਤਤ ਨਹੀਂ ਕਰਨੀ। ਉਸਤਤ ਤੇ ਨਿੰਦਾ ਦੋਨੋਂ ਤਿਆਗ ਦੇਣੀ ਹੈ। ਉਸਤਤ ਨਿੰਦਾ ਨਾਹੇ ਜੇ ਕੰਚਨ ਲੋ ਸਮਾਨ ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈਂ ਜਾਣ। ਕਹਿੰਦੇ ਜੀਵਨ ਵਿੱਚ ਕਿਸੇ ਮਾਤਾ ਦੀ, ਪਿਤਾ ਦੀ, ਭਾਈ ਭੈਣ ਦੀ ਆਪਣੀ ਉਸਤਤੀ ਨਹੀਂ ਕਰਨੀ। ਉਸ ਘੱਟ ਬੈਠੇ ਰੱਬ ਦੀ ਉਸਤਤ ਕਰਨੀ ਸਿੱਖੋ ਜੀ। ਆਖੋ ਸਤਨਾਮ। ਜਦੋਂ ਮਾਂ ਚੰਗਾ ਕੰਮ ਕਰੇ ਤੇ ਕਹੋ ਰੱਬ ਦੀ ਬੜੀ ਕਿਰਪਾ ਹੈ ਮੇਰੀ ਮਾਂ ਦੀ। ਜਦੋਂ ਤੁਹਾਡੇ ਬੱਚੇ ਕੰਮ ਕਰਨ ਤੇ ਕਹੋ ਮੇਰੇ ਮਾਲਕ ਤੇ ਬਹੁਤ ਇਹਨਾਂ ਤੇ ਕਿਰਪਾ ਕੀਤੀ ਹੈ। ਧਿਆਨ ਰੱਖਣਾ। ਰੱਬ ਦੀ ਉਸਤਤ ਕਰਨੀ।
ਸੱਚੇ ਪਾਤਸ਼ਾਹ ਕਹਿੰਦੇ ਬਾਕੀ ਸਭ ਕੁੜਾਵਾ ਹੈ। ਆਖੋ ਸਤਨਾਮ। ਵਿਖਿਆ ਰੰਗ ਕੁੜਾਵਿਆ ਦੇਸਨ ਸਭੇ ਛਾ ਹਰੇ ਅੰਮ੍ਰਿਤ ਬੂੰਦ ਸੁਹਾਵਣੀ ਹਰੇ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੇਵਨ ਹਾਰ। ਉਹ ਰੱਬ ਜੋ ਹਰੇਕ ਵਿੱਚ ਵਸਦਾ ਹੈ, ਉਸ ਰੱਬ ਦੀ ਉਸਤਤ ਕਰਨੀ ਇਹ ਅੰਮ੍ਰਿਤ ਹੈ। ਬਾਣੀ ਰਾਹੀਂ ਬੋਲਣ ਰਾਹੀਂ ਘਟ ਬੈਠੇ ਰੱਬ ਦੀ ਉਸਤਤ ਕਰਨੀ ਜੋ ਸਭ ਦੇ ਵਿੱਚ ਵਸਦਾ ਹੈ। ਕਹਿੰਦੇ ਇਹ ਕਿਵੇਂ ਹੋ ਸਕੇਗਾ? ਕਹਿੰਦੇ ਜੇ ਸਾਧੂਆਂ ਦੇ ਨਾਲ ਮਿਲ ਕੇ ਪੀਏਗਾ। ਸਾਧੂ ਦਾ ਅਰਥ ਹੈ ਜਿਹੜਾ ਪ੍ਰੈਕਟਿਸ ਕਰਦਾ, ਅਭਿਆਸੀ ਹੈ, ਜਿਹੜਾ ਆਪਣੇ ਆਪ ਨੂੰ ਜਣਾਉਂਦਾ ਨਹੀਂ ਹੈ, ਰੱਬ ਨੂੰ ਜਣਾਉਂਦਾ ਤੇ ਜਾਣਦਾ ਹੈ। ਕਹਿੰਦੇ ਉਹਨਾਂ ਦੇ ਨਾਲ ਬੈਠ ਕੇ ਇਹ ਅੰਮ੍ਰਿਤ ਦੀ ਬੂੰਦ ਪੀਉਣੀ ਕਰੋ ਭਾਈ। ਆਖੋ ਸਤਨਾਮ। ਹਰੇ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ। ਵਣਤਣ ਪ੍ਰਭ ਸੰਗ ਮੌਲਿਆ ਵਣਤਣ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਸਮਰਥ ਪੁਰਖ ਅਪਾਰ। ਐਸਾ ਮਾਲਕ ਇੱਕ ਵਨ ਦੇ ਤ੍ਰਿਣ ਵਿੱਚ ਵੀ ਵਸਦਾ ਹੈ। ਧਿਆਨ, ਯਾਨੀ ਛੋਟੇ ਤੋਂ ਛੋਟੇ ਵਿੱਚ ਤੇ ਵੱਡੇ ਤੋਂ ਵੱਡੇ ਵਿੱਚ ਉਹ ਆਪ ਵਸਦਾ ਹੈ। ਪ੍ਰਭ ਦਾ ਅਰਥ ਹੈ ਪਰਮੇਸ਼ਰ ਜੋ ਭੌਤਿਕ ਤੱਤ ਵਿੱਚ ਹੈ। ਯਾਨੀ ਸਰੀਰ ਦੀ ਉਸਤਤ ਨਹੀਂ ਕਰਨੀ, ਉਸ ਰੱਬ ਦੀ ਉਸਤਤ ਕਰਨੀ ਜਿਹੜਾ ਸਰੀਰ ਦੇ ਵਿੱਚ ਵਸਦਾ ਹੈ। ਧਿਆਨ ਰੱਖਣਾ, ਕਹਿੰਦੇ ਉਹ ਸਮਰੱਥ ਹੈ। ਸਰੀਰ ਸਮਰੱਥ ਨਹੀਂ ਹੈ, ਦਿਖਣ ਵਾਲਾ ਸਮਰੱਥ ਨਹੀਂ ਹੈ। ਜਿਹੜਾ ਇਹਦੇ ਵਿੱਚ ਵਸਦਾ ਉਹ ਸਮਰੱਥ ਹੈ। ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ। ਯਾਨੀ ਜੋ ਮੈਂ ਦਿਖ ਰਿਹਾ ਨਾ, ਇਹਦੀ ਮਤ ਤਾਂ ਕਿਸੇ ਕੰਮ ਦੀ ਨਹੀਂ, ਤਾਂ ਬਹੁਤ ਤੁੱਛ ਜੀ। ਆਖੋ ਸਤਨਾਮ। ਤੁੱਛ ਜੀ ਹੈ ਜਿਹੜਾ ਮੇਰੇ ਅੰਦਰੋਂ ਬੁਲਾ ਰਿਹਾ ਹੈ, ਜੋ ਮਿੱਥਾ ਮੇਰੇ ਅੰਦਰੋਂ ਕਰਾ ਰਿਹਾ ਹੈ, ਜਿਹਦੇ ਨਾਲ ਮੈਂ ਮਿਲਣ ਵਾਸਤੇ ਸਰੀਰ ਮੈਨੂੰ ਰੱਬ ਨੇ ਦਿੱਤਾ ਹੈ ਤੇ ਮੈਂ ਉਹਦੇ ਨਾਲ ਮਿਲ ਕੇ ਵਿਚਰਾਂ ਭਾਈ। ਆਖੋ ਸਤਨਾਮ। ਉਹ ਸਮਰੱਥ ਪੁਰਖ ਹੈ, ਉਹ ਪੁਰਖ ਸਭ ਦੇ ਵਿੱਚ ਵਸਦਾ ਹੈ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇਸ ਜਗ ਮੇਂ ਮਹਾਰਾਜ ਕਹਿੰਦੇ ਭਾਈ ਇਹ ਸਾਰੀ ਸ੍ਰਿਸ਼ਟੀ ਵਿੱਚ ਇੱਕੋ ਹੀ ਪੁਰਖ ਹੈ, ਬਾਕੀ ਸਭ ਜੀਵ ਰੂਪੀ ਇਸਤਰੀਆਂ ਹਾਂ ਆਪਾਂ। ਆਖੋ ਸਤਨਾਮ। ਆਪਾਂ ਸਾਰੇ ਜੀਵ ਰੂਪੀਆਂ ਇਸਤਰੀਆਂ। ਸੱਚੇ ਪਾਤਸ਼ਾਹ ਜੀ ਦਾ ਇਸ ਸ਼ਬਦ ਨੂੰ ਫੇਰ ਪਿਆਰ ਨਾਲ ਗਾਇਓ ਜੀ। ਵਣਤਣ ਪ੍ਰਭ ਸੰਗ ਮੌਲਿਆ ਵਣਤਣ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ। ਇਹਦੇ ਨਾਲ ਮੌਲਣਾ ਦਾ ਅਰਥ ਹੈ ਕਿ ਇਹਦੇ ਨਾਲ ਰਹਿੰਦਿਆਂ ਵਿਕਾਸ ਲੈਣਾ। ਸੋ ਮਹਾਰਾਜ ਕਹਿੰਦੇ ਧਰਤੀ ਮੌਲੀ ਹੈ, ਇਹ ਸਰੀਰ ਰੂਪੀ ਧਰਤੀ ਵੀ ਤਾਂ ਮੌਲਦੀ ਹੈ। ਆਖੋ ਸਤਨਾਮ। ਇਹ ਵਿਕਾਸ ਤਾਂ ਲੈਂਦੀ ਹੈ ਜਿਹਦੇ ਵਿੱਚ ਵਸਦੇ ਹੋਏ ਪੁਰਖ ਦੇ ਨਾਲ ਸਾਡਾ ਮਨ ਸੁਰਤ ਰਾਹੀਂ ਜੁੜਿਆ ਰਹੇ। ਪਿਆਰ ਨਾਲ ਗਾਇਓ ਜਰਾ ਅੱਗੇ ਨਹੀਂ। ਜਿਨ ਸਖੀਏ ਪ੍ਰਭ ਪਾਇਆ ਤਿਨ ਕੈ ਸਦ ਬਲਿਹਾਰ। ਜਿਨ੍ਹਾਂ ਸਖੀਆਂ ਨੇ ਜਿਹੜੇ ਆਪਣੇ ਆਪ ਨੂੰ ਮਾਲਕ ਦੀਆਂ ਸਖੀਆਂ ਜਾਣਦੀਆਂ ਨੇ, ਤੇ ਮੇਰੀਆਂ ਇੰਦਰੀਆਂ ਨੇ ਵੀ, ਇਹ ਵੀ ਸਖੀਆਂ ਨੇ। ਧਿਆਨ ਰੱਖਣਾ ਕਿ ਮੇਰੀ ਇੰਦਰੀਆਂ ਵੀ ਘਟ ਬੈਠੇ ਰੱਬ ਨੂੰ ਗਾਉਣ। ਜਿਵੇਂ ਮਹਾਰਾਜ ਨੇ ਕੰਨਾਂ ਨੂੰ, ਅੱਖਾਂ ਨੂੰ, ਸਭ ਨੂੰ ਉਪਦੇਸ਼ ਦਿੱਤਾ ਹੈ ਨਾ, ਇਹ ਨੇਤਰੋ ਮੇਰਿਓ, ਹੈ ਨਾ, ਇਹ ਸਰਵਨੋ ਮੇਰਿਓ, ਇਹ ਰਸਨਾ ਤੂੰ ਅਨਰਸ ਰਾਜ ਰਹੀ, ਇਹ ਸ਼ਰੀਰਾ ਤੂੰ ਇਸ ਜਗ में आए के क्या तुझ कर्म कमाया। कि ਇਹ ਸਾਰੀਆਂ ਇੰਦਰੀਆਂ ਨੂੰ ਉਪਦੇਸ਼ ਦਿੱਤਾ ਹੈ ਨਾ ਮਹਾਰਾਜ ਕੇ ਸਭ ਸਖੀਆਂ ਨੇ। ਆਖੋ ਸਤਨਾਮ। ਕਹਿੰਦੇ ਜਿੰਨਾ ਸਖੀਆਂ ਨੇ ਪਰਮੇਸ਼ਰ ਨੂੰ ਜਿਹੜਾ ਭੌਤਿਕ ਤੱਤ ਵਿੱਚ ਵਸਦਾ ਉਹਨੂੰ ਪਾਇਆ। ਕਹਿੰਦੇ ਮੈਂ ਉਹ ਤੋਂ ਸਦ ਹਮੇਸ਼ਾ ਬਲਿਹਾਰ ਜਾਣਾ। ਬਲਿਹਾਰ ਦਾ ਅਰਥ ਹੈ ਆਪਣਾ ਬਲ ਹਾਰ ਜਾਣਾ। ਆਖੋ ਸਤਨਾਮ। ਉਹਨਾਂ ਤੇ ਜੀਵਨ ਵਿੱਚ ਰੱਬ ਵਾਂਗੂ ਸਰੂਪ ਦੇ ਦਰਸ਼ਨ ਪਾਉਣਾ ਮੈਂ। ਆਖੋ ਸਤਨਾਮ। ਸੱਚੇ ਪਾਤਸ਼ਾਹ ਕਹਿੰਦੇ ਭਾਈ ਨਾਨਕ ਹਰ ਜੀ ਮਇਆ ਕਰ
ਸ਼ਬਦ ਸਵਾਰਨਾ। ਕਹਿੰਦੇ ਐਸੇ ਹਰੇਕ ਵਿੱਚ ਵਸਦੇ ਰੱਬ ਦੇ ਵਿੱਚ ਤੂੰ ਮਾਇਆ ਕਰ। ਮਾਇਆ ਦਾ ਅਰਥ ਸਮਝਦੇ ਹੋ? ਜਿਹਨੇ ਮਾਇਆ ਪੈਦਾ ਕੀਤੀ ਹੈ ਨਾ, ਜਦੋਂ ਮਾਇਆ ਉਹਦੀ ਸ਼ਰਨ ਵਿੱਚ ਹੁੰਦੀ ਹੈ, ਅਸੀਂ ਕਹਿੰਦੇ ਹੁਣ ਉਹ 'ਤੇ ਮਾਇਆ ਹੋ ਗਈ, ਉਹ 'ਤੇ ਰੱਬ ਦੀ ਕਿਰਪਾ ਹੋ ਗਈ। ਮਾਇਆ ਤੁਹਾਡੇ ਫਿਰ ਚਰਨਾਂ 'ਚ ਰਹੇਗੀ। ਕੀ ਰਹੇਗੀ? ਚਰਨਾਂ 'ਚ। ਸਮਝਣੇ ਰੱਬ ਨੇ ਸਾਡੇ 'ਤੇ ਮਾਇਆ ਕਰਤੀ। ਜਿਹੜਾ ਪੈਦਾ ਕਰਨ ਵਾਲਾ ਹੈ ਉਹਦਾ ਸਾਡੇ 'ਤੇ ਆਸ਼ੀਰਵਾਦ ਹੋ ਗਿਆ। ਆਖੋ ਸਤਨਾਮ। ਉਹ ਮਾਇਆ ਮਹਾਰਾਜ ਕਹਿੰਦੇ ਇਹ ਕਿਵੇਂ ਹੋਏਗਾ? ਕਹਿੰਦੇ ਉਹਦਾ ਸ਼ਬਦ ਰਾਹੀਂ ਆਪਣੇ ਸ਼ਬਦ ਨੂੰ ਘੜਨਾ, ਉਹਦੇ ਸ਼ਬਦ ਰਾਹੀਂ ਆਪਣੇ ਸ਼ਬਦ ਨੂੰ ਮਾਰਨਾ ਅਤੇ ਉਹਦਾ ਸ਼ਬਦ ਪ੍ਰਕਾਸ਼ ਕਰਨਾ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਏ। ਜਦੋਂ ਸ਼ਬਦ ਨੂੰ ਗਾਓ, ਰੱਬ ਦੇ ਸ਼ਬਦ ਨੂੰ, ਆਪਣੇ ਸ਼ਬਦ ਨੂੰ ਮਿਟਾਉਂਦੇ ਰਹਿਣਾ। ਮੈਂ ਮਿਟਦੇ ਰਹੇ। ਉਸ ਅੰਦਰ ਜਿਹਦੇ ਵਿੱਚੋਂ ਮੈਂ ਆਪਣੇ ਆਪ ਨੂੰ ਜ਼ਿਕਰ ਕਰਦਾ ਉਹ ਖਤਮ ਹੋ ਜਾਏ। ਕਹਿੰਦੇ ਰੱਬ ਦਾ ਸਰੂਪ ਪ੍ਰਬਲ ਹੋ ਜਾਏ ਮੇਰੇ ਅੰਦਰ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਏ। ਸ਼ਬਦ ਮਰੇ ਸੋ ਮਰ ਰਹੇ, ਫਿਰ ਮਰੇ ਨਾ ਦੂਜੀ ਵਾਰ। ਸ਼ਬਦੇ ਹੀ ਤੇ ਪਾਈਏ ਹਰ ਨਾਮੈ ਲੱਗੈ ਪਿਆਰ। ਬਿਨ ਸ਼ਬਦੇ ਜਗ ਭੁੱਲਾ ਫਿਰੇ, ਮਰ ਜੰਮੇ ਵਾਰੋ ਵਾਰ। ਆਓ ਇੱਕ ਵਾਰ ਇਸ ਸ਼ਬਦ ਨੂੰ ਪੜ੍ਹ ਕੇ ਸਮਾਪਤੀ ਕਰੀਏ ਜੀ। ਨਾਨਕ ਹਰ ਜੀ ਮੈਂ ਕਰ, ਨਾਨਕ ਹਰ ਜੀ ਮੈਂ ਕਰ, ਸ਼ਬਦ ਸਵਾਰਨ ਹਾਰ। ਸਾਵਣ ਤਿਨਾ ਸੁਹਾਗਣੀ, ਸਾਵਣ ਤਿਨਾ ਸੁਹਾਗਣੀ। ਤਿਨ ਰਾਮ ਨਾਮ ਔਰ ਹਾਰ। ਇਹ ਸੁਹਾਗਣੀਆਂ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਰਮੇ ਹੋਏ ਰਾਮ ਦਾ ਨਾਮ ਹਿਰਦੇ ਵਿੱਚ ਹਾਰ ਵਾਂਗੂ ਪਰੋਇਆ ਹੋਇਆ। ਆਖੋ ਸਤਨਾਮ। ਯਾਨੀ ਹਰ ਸਵਾਸ ਨਾਲ ਪਰੋਇਆ ਹੋਇਆ। ਸਵਾਸ ਹਾਰ ਬਣ ਜਾਏ ਗਲ ਦਾ। ਰੋਜ਼ ਦਾ ਜਪਣਾ। ਇੱਕ ਤਿਲ ਵੀ ਪਿਆਰਾ ਵਿਸਰੇ ਨਾ, ਇੱਕ ਤਿਲ ਪਿਆਰਾ ਵਿਸਰੇ, ਦੁੱਖ ਲਾਗੇ ਸੁਖ ਜਾਏ। ਮਹਾਰਾਜ ਕਹਿੰਦੇ ਇੱਕ ਦਮ ਵੀ ਸਮਾਪਤ ਮੇਰਾ ਸ਼ਬਦ ਤੋਂ ਬਿਨਾਂ ਨਾ ਹੋਵੇ। ਮਹਾਰਾਜ ਕਹਿੰਦੇ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਇੱਕ ਵੀ ਦਮ ਬਿਰਥਾ ਨਾ ਜਾਏ। ਐਸਾ ਹਾਰ ਮੇਰੇ ਮਨ ਦੇ ਵਿੱਚ, ਹਿਰਦੇ ਵਿੱਚ ਕਹਿੰਦੇ ਰਮੇ ਹੋਏ ਰਾਮ ਦਾ, ਕਹਿੰਦੇ ਇਸ ਸੁਹਾਗਣੀ ਦਾ ਵਸ ਜਾਏ। ਆਖੋ ਸਤਨਾਮ। ਪੜੋ ਜਰਾ ਪਿਆਰ ਨਾਲ ਜੀ। ਸਾਵਣ ਤਿਨਾ ਸੁਹਾਗਣੀ, ਸਾਵਣ ਤਿਨਾ ਸੁਹਾਗਣੀ। ਤਿਨ ਰਾਮ ਨਾਮ ਔਰ ਹਾਰ। ਤਿਨ ਰਾਮ ਨਾਮ ਔਰ ਹਾਰ। ਹਰ ਮਿਲਣੈ ਨੋ ਮਨ ਲੋਚਦਾ, ਹਰ ਮਿਲਣੈ ਨੋ ਮਨ ਲੋਚਦਾ। ਕਰਮ ਮਿਲਾਵਣ ਹਾਰ, ਕਰਮ ਮਿਲਾਵਣ ਹਾਰ। ਹਰ ਮਿਲਣੈ ਨੋ ਮਨ ਲੋਚਦਾ, ਹਰ ਮਿਲਣੈ ਨੋ ਮਨ, ਹਰ ਮਿਲਣੈ ਨੋ ਮਨ, ਹਰ ਮਿਲਣੈ ਨੋ ਮਨ ਲੋਚਦਾ। ਸਮਾਪਤੀ। ਰਾਮ ਕਲੇ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਨਾਗਰ ਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋਤ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਬਨਾ ਬਿਨਾ ਸਮਰਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਆਟਾ ਤੇਰੇ ਸਭ ਕੁਛ ਹੈ, ਜਿਸ ਤੇ ਹੈ ਸੋ ਪਾਵੇ। ਸਦਾ ਸਿਰ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ
ਵਸਿਆ ਜਿਨ ਭੁੱਖਾਂ ਸਭ ਗਵਾਈਆਂ। ਹਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟਹੁ ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤੇ ਘਰ ਸਲਾਹੀ। ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਕਰਮ ਪਾਇਆ ਤੁਝ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹੈ ਨਾਨਕ ਤੈਸ ਕਹੋ ਆਤਿਤ ਕਰ ਅਨਹਦ ਵਾਜੇ। ਅਨੰਦ ਸੁਨੋ ਵਡ ਭਾਗੇ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਤੇਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਵੈ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵੇ ਸਤਿਗੁਰ ਰਹਾ ਭਰਪੂਰੇ। ਬਿਰਵੰਤਰਾਨ ਗੁਰ ਚਰਨ ਲਾਗੇ ਵਾਜੇ ਨਾ ਪੂਰੇ ਸ਼ਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ। ਦਿਵਸ ਰਾਤ ਦਾਈ ਦਾਇਆ ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਜੇ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜੀ ਨਾਮ ਧਿਆਇਆ ਗਏ ਮੁਸ਼ਕਿਲ ਕਾਲ। ਹੇ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।